ਸਤਿ ਸ਼੍ਰੀ ਅਕਾਲ ਜੀ। ਹਮੇਸ਼ਾ ਆਪਾਂ ਜਿੱਦਾਂ ਗੱਲ ਕਰਦੇ ਹਾਂ ਇੱਕ ਸੰਸਥਾ ਦੀ, ਇੱਕ ਸਮਾਜ ਸੇਵਕ ਦੀ, ਇੱਕ ਜਿੱਥੇ ਸਿੱਖ ਦਾ ਨਾਮ ਜੁੜ ਜਾਂਦਾ ਹੈਗਾ ਕਿ ਜਿੱਥੇ ਵੀ ਕੋਈ ਆਫਤ ਆਉਂਦੀ ਹੈ ਤੇ ਸਿੱਖ ਸਭ ਤੋਂ ਪਹਿਲਾਂ ਪਹੁੰਚਦੇ ਹੈਗੇ ਆ। ਹਮੇਸ਼ਾ ਹੀ ਜੇ ਵਰਲਡ ਲੈਵਲ ਦੀ ਗੱਲ ਕਰੀਏ ਤਾਂ ਵਰਲਡ ਲੈਵਲ ਦੇ ਜਿੱਥੇ ਵੀ ਆਫਤ ਆਈ ਹੈ ਤੇ ਇੱਕ ਸਿੱਖ ਹਮੇਸ਼ਾ ਹਰ ਜਗ੍ਹਾ ਪਹੁੰਚਦੇ ਆ। ਆਪਾਂ ਇਸ ਸੰਬੰਧੀ ਗੱਲ ਕਰਦੇ ਹਾਂ। ਸਾਡੇ ਨਾਲ ਜੀ ਇੱਕ ਬਹੁਤ ਹੀ ਖਾਸ ਸ਼ਖਸੀਅਤ ਸਾਡੇ ਨਾਲ ਹੈ। ਯੂਨਾਈਟਿਡ ਸਿੱਖ ਸੰਸਥਾ ਜਿਹੜੀ ਕਿਸੇ ਮੁਹਤਾਜ ਨਹੀਂ ਹੈਗੀ, ਕਿਸੇ ਗੱਲ ਦੀ ਮੁਹਤਾਜ ਨਹੀਂ ਹੈਗੀ। ਹਰੇਕ ਆਦਮੀ ਇਹਨਾਂ ਨੂੰ ਜਾਣਦਾ, ਛੋਟੇ ਤੋਂ ਲੈ ਕੇ ਵੱਡੇ ਤੱਕ ਆਦਮੀ ਜਿਹੜੇ ਇਹਨਾਂ ਨੂੰ ਬਾਈ ਨੇਮ ਜਾਣਦੇ ਹੈਗੇ। ਆਪਾਂ ਅੱਜ ਗੱਲ ਕਰਦੇ ਇਹਨਾਂ ਦੇ ਡਾਇਰੈਕਟਰ ਜਿਹੜੇ ਹੈਗੇ ਗੁਰਪਾਲ ਸਿੰਘ ਜੀ, ਯੂਕੇ ਤੋਂ ਸਪੈਸ਼ਲ ਸਾਡੇ ਨਾਲ ਗੱਲਬਾਤ ਕਰਨ ਲਈ ਆਏ ਹੈ। ਗੁਰਪਾਲ ਜੀ, ਤੁਹਾਡਾ ਸਵਾਗਤ ਹੈ ਇੱਥੇ ਬਹੁਤ ਬਹੁਤ। ਹਮੇਸ਼ਾ ਜਿਹੜੇ ਕਿਸੇ ਵੀ ਜਗ੍ਹਾ 'ਤੇ ਆਫਤ ਆਉਂਦੀ ਹੈ ਤੇ ਯੂਨਾਈਟਿਡ ਸਿੱਖ ਹੀ ਕਿਉਂ ਸਭ ਤੋਂ ਪਹਿਲਾਂ ਪਹੁੰਚਦੀ ਹੈ? ਇਹਦੇ ਪਿੱਛੇ ਕੀ ਕਾਰਨ ਹੈ ਜੀ? ਇਹਦੇ ਪਿੱਛੇ ਖਾਲਸੇ ਦਾ ਫਲਸਫਾ ਖੜਾ ਜੀ, ਇੱਕ ਬਹੁਤ ਵੱਡਾ, ਕਿ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਣ ਵੋ। ਉਸ ਗੁਰੂ ਸਾਹਿਬ ਦੀ ਬਾਣੀ ਦੇ ਮੁਤਾਬਕ ਟੂ ਰੈਕਗਨਾਈਜ਼ ਦੀ ਹਿਊਮਨ ਰੇਸ ਐਜ਼ ਵਨ। ਅਸੀਂ ਉਸ ਨਿਸ਼ਾਨ ਸਾਹਿਬ ਦੇ ਥੱਲੇ ਹੁਣ ਜਿੱਥੇ ਵੀ ਕਿਤੇ ਸਾਡੇ ਕੋਈ ਕੈਂਪ ਚੱਲਦੇ ਨੇ ਉੱਥੇ ਹਮੇਸ਼ਾ ਹੀ ਨਿਸ਼ਾਨ ਸਾਹਿਬ ਪਹਿਲਾਂ ਲਗਾਇਆ ਜਾਂਦਾ ਤੇ ਉਸ ਨਿਸ਼ਾਨ ਸਾਹਿਬ ਦੇ ਥੱਲੇ ਸਾਡੇ ਆਪਰੇਸ਼ਨ ਚੱਲਦੇ ਨੇ ਤੇ ਖਾਲਸੇ ਦੀ ਜੋ ਇਤਵਜਾ, ਖਾਲਸੇ ਦਾ ਜੋ ਫਲਸਫਾ ਲੈ ਕੇ ਤਾਂ ਕਰਕੇ ਮੋਹਰੇ ਆਉਂਦੇ ਆ ਜੀ ਹਮੇਸ਼ਾ। ਆਪਾਂ ਸਭ ਤੋਂ ਪਹਿਲਾਂ ਇੱਕ ਗੱਲ ਕਰਾਂਗੇ, ਬੜਾ ਸਿੰਪਲ ਜਿਹਾ ਸਵਾਲ ਆ ਕਿ ਯੂਨਾਈਟਿਡ ਸਿੱਖ ਸੰਸਥਾ ਦੀ ਸਥਾਪਨਾ ਕਦੋਂ ਹੋਈ? ਇਹ ਤਕਰੀਬਨ 25 ਕੁ ਸਾਲ ਹੁਣ ਹੋ ਚੱਲੇ ਆ ਜੀ। 97 98 ਦੇ ਵਿੱਚ ਹੋਣ ਦੇ ਵਿੱਚ ਆਉਣਾ ਸ਼ੁਰੂ ਹੋ ਗਈ ਸੀ। ਇਸ ਦੇ ਜੋ ਫਾਊਂਡਰ ਮੈਂਬਰ ਨੇ ਮੇਨ ਸਰਦਾਰ ਹਰਦਿਆਲ ਸਿੰਘ ਜੀ USA। ਸਾਡਾ ਜੋ ਹੈੱਡਕੁਆਟਰ ਆ ਉਹ ਵੀ ਨਿਊਯਾਰਕ ਦੇ ਵਿੱਚ ਹੈ ਜੀ। ਅਤੇ ਨਿਊਯਾਰਕ ਤੋਂ ਬਾਅਦ ਫਿਰ ਸਾਡੇ ਹਰੇਕ ਮੁਲਕ ਦੇ ਵਿੱਚ ਤਕਰੀਬਨ ਚੈਪਟਰ ਹੁੰਦੇ ਨੇ। ਸਾਡੇ 11 ਚੈਪਟਰ 올 ਅਰਾਊਂਡ ਦੀ ਵਰਲਡ ਰਜਿਸਟਰਡ ਚੈਪਟਰ ਨੇ। ਚੈਪਟਰਾਂ ਤੋਂ ਬਾਅਦ ਚੈਪਟਰ ਮੈਂ ਤੁਹਾਨੂੰ ਦੱਸ ਰਹੀ ਕਿ ਇੰਡੀਆ ਚੈਪਟਰ ਮੀਨਸ ਆਫਿਸਿਸ, ਰਜਿਸਟਰਡ ਆਫਿਸਿਸ। ਹਾਂਜੀ, ਕਿਉਂਕਿ ਅਸੀਂ UN ਐਫੀਲੀਏਟਡ ਆਰਗੇਨਾਈਜੇਸ਼ਨ ਹੈ, ਸੋ ਵੀ ਫੋਲੋ ਦੀ ਸਿਮਿਲਰ ਸਟਰਕਚਰ ਔਰ ਸੇਮ ਸਟਰਕਚਰ ਤੇ ਐਜ਼ ਯੂਨਾਈਟਿਡ ਨੇਸ਼ਨਸ ਜਿਵੇਂ ਉਹਨਾਂ ਦੇ ਚੈਪਟਰ ਹੁੰਦੇ ਆ। ਸੋ ਇਹਨਾਂ ਰਜਿਸਟਰਡ ਆਫਿਸਾਂ ਤੋਂ ਜਿਵੇਂ ਕਿ ਇੰਡੀਆ ਦਾ ਇੱਕ ਆਫਿਸ ਆ, USA ਮੇਨ ਹੈੱਡਕੁਆਟਰਸ ਆ, ਕੈਨੇਡਾ ਇੱਕ ਹੋਰ ਆਫਿਸ ਹੈ, ਆਸਟ੍ਰੇਲੀਆ ਇੱਕ ਹੋਰ ਨੇ, ਅਤੇ ਇਵੇਂ ਹੀ UK ਹੋ ਗਿਆ, ਯੂਰਪ ਹੋ ਗਿਆ, ਅਫਗਾਨਿਸਤਾਨ, ਪਾਕਿਸਤਾਨ, ਜਾਂ ਜਿੰਨੇ ਵੀ 11 ਮੁਲਕ ਨੇ ਜੀ ਮੇਨ ਚੈਪਟਰ। ਪਰ ਉਹਨਾਂ ਦੇ ਵਿੱਚ ਫਿਰ ਸਾਡੇ ਸੈਟੇਲਾਈਟ ਆਫਿਸਿਸ ਹੁੰਦੇ ਆ। ਸੋ ਜਿਵੇਂ ਕਿ ਹੁਣ ਇੰਡੀਆ ਦਾ ਇੱਕ ਸਾਡਾ ਦਿੱਲੀ ਸਾਡਾ ਮੇਨ ਹੈੱਡਕੁਆਟਰ ਆ, ਦਿੱਲੀ ਦੇ ਵਿੱਚ ਫੋਰ ਦੀ ਚੈਪਟਰ। ਪਰ ਫਿਰ ਪੰਜਾਬ ਇੱਕ ਸੈਟੇਲਾਈਟ ਆਫਿਸ ਆ, ਪੰਜਾਬ ਦੇ ਗਾਹਾਂ ਹੋਰ ਸਬ ਆਫਿਸਿਸ ਹੋਣਗੇ। ਇਵੇਂ ਹੀ ਸਾਊਥ ਇੰਡੀਆ ਦਾ ਤੁਸੀਂ ਵਰਲਡ ਲੈਵਲ ਤੇ ਇੱਕ ਚੇਨ ਬਣਾਈ ਹੋਈ ਆ ਪੂਰੀ? ਵਰਲਡ ਲੈਵਲ ਤੇ ਪੂਰੀ ਚੇਨ ਬਣੀ ਆ ਜੀ। ਇੱਕ ਸਿਸਟਮੈਟਿਕ ਇੱਕ ਸਾਡੇ ਕੋਲ ਸਿਸਟਮ ਆ, ਜਿਹਦੇ ਵਿੱਚ ਸਾਰੇ ਬੰਨੇ ਹੋਏ ਨੇ, ਕਿਉਂਕਿ ਸਾਡੇ ਕੋਲ ਹਜ਼ਾਰਾਂ ਦੇ ਹਿਸਾਬ ਦੇ ਨਾਲ ਵੋਲੰਟੀਅਰ ਹੁੰਦੇ ਆ ਅਤੇ ਐਟ ਵਨ ਟਾਈਮ ਕਈ 100 ਵੋਲੰਟੀਅਰ ਐਕਟਿਵ ਹੋ ਸਕਦੇ ਆ, ਡਿਪੈਂਡੈਂਟ ਔਨ ਦੀ ਨੀਡ ਕਿ ਕਿੱਥੇ ਕੀ ਹੋਇਆ। ਜਿਵੇਂ ਕਿ ਉਹਨਾਂ ਵਿੱਚੋਂ ਐਗਜ਼ਾਮਪਲ ਅੱਗੇ ਇੰਡੀਆ ਦੇ ਵਿੱਚ ਕੋਵਿਡ ਦੇ ਸਮੇਂ ਦੌਰਾਨ ਇੱਥੇ ਕਿੰਨੀ ਹਾਹਾਕਾਰ ਮਚੀ ਹੋਈ ਸੀ ਅਤੇ ਉਸ ਦੇ ਵਿੱਚ ਸਾਡੀ ਕੀ ਭੂਮਿਕਾ ਰਹੀ ਹੈ, ਮੇਰੇ ਖਿਆਲ ਦੇ ਵਿੱਚ ਰਿਪੀਟ ਕਰਨ ਦੀ ਲੋੜ ਨਹੀਂ। ਬਾਕੀ ਮੁਹਤਾਜ ਨਹੀਂ ਹੈਗੇ ਤੁਸੀਂ। ਇੱਕ ਛੋਟੀ ਜਿਹੀ ਗੱਲ ਆਪਾਂ ਹੋਰ ਕਰਕੇ ਅੱਗੇ ਚੱਲਾਂਗੇ। ਜਿਹੜੇ ਤੁਹਾਡੇ ਵਲੰਟੀਅਰ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਵਲੰਟੀਅਰ, ਇਹ ਨਿਸ਼ਕਾਮ ਸੇਵਾ ਕਰਦੇ ਕਿ ਪੇਡ ਹੁੰਦੇ ਆ ਜੀ? ਨਹੀਂ ਜੀ, ਬਿਲਕੁਲ ਨਿਸ਼ਕਾਮ ਸੇਵਾ ਆ। ਅਸੀਂ ਖੁਦ ਆਪ, ਸਾਡੇ ਕੋਲ ਆਪਣੀਆਂ ਜੋਬਾਂ, ਮਹਾਰਾਜ ਦੀ ਕਿਰਪਾ ਨਾਲ ਕਿਸੇ ਦੇ ਬਿਜ਼ਨਸ ਸੈੱਟ ਨੇ। ਦਾਸ ਆਪ ਲੋਕਲ ਗਵਰਨਮੈਂਟ ਆਫਿਸਰ ਆ ਉੱਤੇ UK ਤੋਂ। ਸੋ ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ। ਅਸੀਂ ਜੋ ਸਾਡੇ ਕੋਲ ਸਮਾਂ ਲੱਗਦਾ ਆ, ਅਸੀਂ ਆਪਣਾ ਦਸਵੰਧ ਵੀ ਕੱਢਦੇ ਹਾਂ ਅਤੇ ਫਿਰ ਅਸੀਂ ਸਮਾਂ ਵੀ ਕੱਢਦੇ ਹਾਂ ਜਿੰਨਾ ਵੀ ਸਾਡੇ ਕੋਲ ਸਮਾਂ। ਜਿੰਨੀ ਯੂਨਾਈਟਿਡ ਸਿੱਖ ਜਿੰਨੀ ਵੀ ਸੇਵਾ ਕਰ ਰਹੇ, ਨਿਸ਼ਕਾਮ ਸੇਵਾ ਹੋ ਰਹੀ ਹੈ ਸਾਰੀ। ਨਿਸ਼ਕਾਮ ਸੇਵਾ। ਇੱਕ ਹਮੇਸ਼ਾ ਹੀ ਜਦੋਂ ਕਿਸੇ ਵੀ ਆਰਗੇਨਾਈਜੇਸ਼ਨ ਦੀ ਗੱਲ ਹੁੰਦੀ ਆ, ਕਿਸੇ NGO ਦੀ ਗੱਲ ਹੁੰਦੀ ਆ, ਲੋਕਾਂ ਦੇ ਦਿਮਾਗ 'ਚ ਲੋਕ, ਯਾਨੀ ਕਿ ਆਪਾਂ ਸ਼ਰਾਰਤੀ ਲੋਕ ਕਹਿ ਦਾਂਗੇ, ਉਹਨਾਂ ਦੇ ਦਿਮਾਗ 'ਚ ਇੱਕ ਗੱਲ ਆਉਂਦੀ ਕਿ ਇਹ ਤਾਂ ਪੈਸੇ ਖਾਣ ਦੇ ਮਾਰੇ ਆਉਂਦੇ ਆ। ਤੁਸੀਂ ਫੰਡ ਕਿੱਥੋਂ ਮੈਨੇਜ ਕਰਦੇ ਹੋ? ਦੇਖੋ ਜੀ, ਇਹ ਗੱਲਾਂ ਕਹਿਣ ਕਹਾਣ ਦੀਆਂ ਹੁੰਦੀਆਂ ਕਿ ਗੱਲਾਂ ਜਿਵੇਂ ਕਿ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਇੱਕ ਸੇਵਾ ਕੌਮ ਦੀ ਜ਼ਿੰਦਗੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸਖੱਲੀਆਂ ਨੇ, ਅਤੇ ਜਿੱਦਾਂ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ। ਇਹ ਤਾਂ ਸਾਨੂੰ ਪੁੱਛ ਕੇ ਦੇਖੋ ਕਿ ਭਾਈ ਇਹ ਫੰਡ ਕਿੱਥੋਂ ਆਉਂਦੇ ਨੇ। ਇਹ ਮਹਾਰਾਜ ਦੇ ਖੀਸੇ ਆ। ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਉਹ 20 ਰੁਪਏ ਦਾ ਭਾਵੇਂ ਲੰਗਰ ਚਲਾਇਆ ਹੋਵੇ, ਜਾਂ ਗੁਰੂ ਮਹਾਰਾਜ ਨੇ ਜੋ ਵੀ ਕੁਝ ਜਿੰਨਾ ਡੂੰਘਾ ਤੁਸੀਂ ਹੱਥ ਲਿਜਾ ਸਕਦੇ ਆ, ਇਹ ਸੰਗਤ ਦੀ ਬਦੌਲਤ। ਉਹ ਲੋਕਲ ਸੰਗਤ, ਫਰਜ਼ ਕਰੋ ਸਾਡੇ ਇੱਥੇ ਇੰਡੀਆ ਦੇ ਵਿੱਚ ਜਦੋਂ ਆਫਤਾਂ ਆਈਆਂ, ਜੋ ਲੋਕਲ ਸੰਗਤ ਹੈ ਇੱਥੇ ਦੀ ਜਾਂ ਆਰਗੇਨਾਈਜੇਸ਼ਨ ਹੈ, ਜਿਨ੍ਹਾਂ ਨੇ ਵੀ ਵੱਧ ਚੜ੍ਹ ਕੇ ਉਹਦੇ 'ਚ ਹਿੱਸਾ ਪਾਉਣਾ, ਇਹ ਉਹਨਾਂ ਦੇ ਫੰਡ। ਪਰ ਜਦੋਂ ਕੁਝ ਬਾਹਰ ਹੁੰਦਾ
ਆ ਇੰਟਰਨੈਸ਼ਨਲ ਉੱਥੇ ਫਿਰ ਚੈਪਟਰ ਜਦੋਂ ਸਾਰੇ ਇਕੱਠੇ ਹੋ ਜਾਂਦੇ ਆ, ਜਿਵੇਂ ਕਿ ਹੁਣ ਯੂਕਰੇਨ ਆ, ਉੱਥੇ ਹਜ਼ਾਰਾਂ ਡਾਲਰਾਂ ਦੇ ਹਿਸਾਬ ਦੇ ਨਾਲ ਮਹੀਨੇ ਦੇ ਖਰਚ ਹੋ ਰਹੇ ਕਈ ਆ, ਉੱਥੇ ਵੀ ਸਾਰੇ ਚੈਪਟਰ ਇਕੱਠੇ ਹੋ ਕੇ ਫਿਰ ਹਮਲਾ ਮਾਰਦੇ ਆ, ਨਹੀਂ ਤਾਂ ਇਦਾਂ ਦੇ ਆਪਰੇਸ਼ਨ ਸਸਟੇਨ ਕਰਨੇ ਬਹੁਤ ਔਖੇ ਹੋ ਜਾਂਦੇ ਆ। ਤੁਸੀਂ ਗੱਲ ਕੀਤੀ ਯੂਕਰੇਨ ਦੀ, ਆਪਾਂ ਯੂਕਰੇਨ ਦੀ ਗੱਲ ਕਰੀਏ। ਯੂਕਰੇਨ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਦੇਖਿਆ ਕਿ ਆਪਣੀ ਜਿਹੜੀ ਆ ਯੂਨਾਈਟਿਡ ਸਿੱਖ ਸੰਸਥਾ ਪਹੁੰਚ ਗਈ। ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਇੱਥੇ ਆਫਤ ਆ ਗਈ ਹੈ ਤੇ ਆਪਾਂ ਉੱਥੇ ਇਮੀਡੀਏਟਲੀ ਚੱਲੀ ਐਕਸ਼ਨ ਕਰਨ? ਯੱਗ ਯਾਹ ਰਿਹਾ ਜੀ। ਸੋ ਆਫਤ ਆਉਣ ਤੋਂ ਪਹਿਲਾਂ ਵੀ, ਕਿਉਂਕਿ ਅਸੀਂ UN ਐਫੀਲੀਏਟਡ ਆਰਗੇਨਾਈਜੇਸ਼ਨ ਆ, ਸੋ ਆਫਤ ਆਉਣ ਤੋਂ ਪਹਿਲਾਂ ਇੰਟੈਲੀਜੈਂਸ ਥੋੜ੍ਹੀ ਪਤਾ ਲੱਗਦੀ ਰਹਿੰਦੀ ਹੈ ਕਿ ਹਾਲਾਤ ਬਣਦੇ ਜਾ ਰਹੇ ਨੇ। ਮੈਂ ਦੇਖਿਆ ਡੇ 1 ਤੋਂ ਤੁਸੀਂ ਉੱਥੇ ਪਹੁੰਚ ਗਏ। ਹਾਂਜੀ, ਅਸੀਂ ਇੱਕ ਹਫ਼ਤੇ ਦੇ ਅੰਦਰ ਸਾਡੀ ਐਡਵਾਂਸ ਟੀਮ ਅਮਰੀਕਾ ਤੋਂ ਹਰਦਿਆਲ ਸਿੰਘ ਜੀ ਆਪ ਖੁਦ, ਸਾਡੇ ਟਰਸਟੀ ਸਾਹਿਬਾਨ ਸਰਦਾਰ ਬਲਵੰਤ ਸਿੰਘ ਜੀ ਆਪ ਖੁਦ ਟੀਮ ਲੈ ਕੇ, ਹਵਾਈ ਤੋਂ ਸਰਦਾਰ ਜਸਮੀਤ ਸਿੰਘ ਜੀ, ਕੋਈ ਕਿਤਿਓਂ ਪਰ ਜਿਹੜੀ ਸਾਡੀ US ਦੀ ਟੀਮ ਆ ਉਹ ਐਜ਼ ਐਡਵਾਂਸ ਟੀਮ ਹਮੇਸ਼ਾ ਚੱਲਦੀ ਆ, ਤੇ ਉਹਨਾਂ ਨੇ ਉੱਥੇ ਜਾ ਕੇ ਸਾਰਾ ਵੇਰਵਾ ਲੈਣਾ, ਉਹਨਾਂ ਨੇ ਸਾਰਾ ਜਾਇਜ਼ਾ ਲੈਣਾ ਕਿ ਇੱਥੇ ਹਾਲਾਤ ਕੀ ਨੇ, ਸਮਾਨ ਦੀ ਕੀ ਲੋੜ ਆ, ਇੱਥੇ ਸੇਫਟੀ ਸਿਕਿਉਰਿਟੀ ਕਿੰਨੀ ਕੁ ਸਾਨੂੰ ਚਾਹੀਦੀ ਆ, ਤੇ ਫਿਰ ਉਹਨਾਂ ਨੇ ਇਤਲਾਹ ਕਰਨੀ ਆ ਜਿਹੜੇ ਕਲੋਸੈਸਟ ਲੈਂਡ ਆਫਿਸ ਹੋਵੇ, ਜਿਵੇਂ ਕਿ ਸਾਡਾ ਯੂਨਾਈਟਿਡ ਕਿੰਗਡਮ ਦਾ ਸੀਗਾ, ਉਦੋਂ ਯੂਰਪ ਵੀ ਸੀਗਾ, ਪਰ ਜਿਹੜੀਆਂ ਕਿੱਟ ਸੀਗੀ, ਸਾਡੇ ਜਨਰੇਟਰ ਸਨ, ਵਾਟਰ ਪੰਪ ਸਨ, ਰੇਡੀਓ ਕਮਿਊਨੀਕੇਸ਼ਨਸ ਹੋ ਗਈ, ਮੈਡੀਕਲ ਕਿੱਟਾਂ, ਉਹ ਸਾਰੀਆਂ ਇੰਗਲੈਂਡ ਸੀਆਂ। ਫਿਰ ਅਸੀਂ ਵੈਨ ਦੇ ਵਿੱਚ ਉਤੋਂ ਤਕਰੀਬਨ 38.5 ਘੰਟੇ ਦਾ ਸਫ਼ਰ ਤੈਅ ਕਰਦੇ ਹੋਏ ਅਸੀਂ ਆਪ ਖੁਦ ਉੱਧਰ ਯੂਕਰੇਨ ਪਹੁੰਚਦੇ ਹਾਂ, ਪੋਲੈਂਡ ਦੇ ਬਾਰਡਰ 'ਤੇ ਮਡੀਕਾ ਪਹੁੰਚਦੇ ਹਾਂ, ਤੇ ਉੱਤੇ ਫਿਰ ਉਹ ਸਮਾਨ, ਬਹੁਤ ਜ਼ਰੂਰੀ ਸਮਾਨ ਜਿਹੜਾ ਕਿ ਤੁਹਾਨੂੰ ਲੋਕਲ ਮਿਲੇ ਨਹੀਂ ਸਕਦਾ, ਇੰਨੀ ਹਾਹਾਕਾਰ ਉੱਤੇ ਮਚੀ ਹੋਆ। ਉੱਤੇ ਤਾਂ ਕਈ ਵੇਲੇ ਪਾਣੀ ਦੀ ਵੀ ਘਾਟ ਆ ਜਾਂਦੀ ਆ ਕਿ ਪਾਣੀ ਵੀ ਸਾਨੂੰ ਉੱਧਰੋਂ ਜਰਮਨ ਤੋਂ ਜਾਂ ਹੋਰਨਾਂ ਮੁਲਕਾਂ ਤੋਂ ਕਈ ਵੇਲੇ ਮੰਗਵਾਉਣਾ ਪੈ ਜਾਂਦਾ ਹੈ। ਜਿੱਦਾਂ ਆਮ ਦੇਖਿਆ ਕਿ ਉੱਥੇ ਜਿਹੜੇ ਬੰਬ ਗਿਰੇ ਸੀ, ਗੋਲੇ ਗਿਰੇ ਸੀ, ਮਜਾਇਲਾਂ ਆ ਰਹੀਆਂ ਸੀਗੀਆਂ, ਟੈਂਕ ਚੱਲੇ, ਕਿ ਯੂਨਾਈਟਿਡ ਸਿੱਖ ਨੂੰ ਉੱਥੇ ਕੋਈ ਖਤਰਾ ਨਹੀਂ ਸੀ? ਜਿਹੜੇ ਆਪਣੇ ਵਰਕਰ, ਜਿਹੜੇ ਵਲੰਟੀਅਰ ਉੱਥੇ ਕੰਮ ਕਰ ਰਹੇ, ਤੁਹਾਨੂੰ ਨਹੀਂ ਖਤਰਾ ਫੀਲ ਹੋਇਆ? ਤੁਹਾਨੂੰ ਉੱਥੇ ਖਤਰਾ ਤਾਂ ਤੁਹਾਨੂੰ ਇੱਥੇ ਦਫ਼ਤਰ 'ਚੋਂ ਬਾਹਰ ਨਿਕਲਦਿਆਂ ਨੂੰ ਹੈ ਜੀ, ਖਤਰਾ ਤਾਂ ਇੱਥੇ ਵੀ ਕੁਝ ਵੀ ਹੋ ਸਕਦਾ। ਸੋ ਜਿੰਨੀ ਲਿਖੀਓ, ਜਿਹਦੀ ਲਿਖੀਓ, ਜਿਹੜੇ ਹਾਲਾਤਾਂ 'ਚ ਲਿਖੀਓ ਆ, ਤੇ ਕੋਈ ਕਿਸੇ ਨੂੰ ਨਹੀਂ ਜਾਣਦਾ ਕਿ ਜਿਵੇਂ ਮਹਾਰਾਜ ਦੀ ਬਾਣੀ ਦੇ ਵਿੱਚ ਵੀ ਆਉਂਦਾ, ਚਲੋ ਫਿਰ ਵੀ ਵਰਦੀ ਅੱਗ ਦੇ ਵਿੱਚ ਜਾਣਾ। ਹਾਂਜੀ, ਇਹ ਇੱਕ ਫਲਸਫਾ, ਇਹ ਇੱਕ ਖਾਲਸੇ ਦੀ ਪਰੰਪਰਾ। ਗੁਰੂ ਸਾਹਿਬਾਨ ਨੂੰ ਵੀ ਕੀ ਲੋੜ ਸੀਗੀ, ਉਹ ਗੱਲ ਉਸ ਵੇਲੇ ਮਹਾਰਾਜ ਨੇ ਕਿਹਾ ਸੀ, ਗੱਲ ਬਾਜਾਂ ਦੀ ਨਹੀਂ, ਗੱਲ ਤਾਜਾਂ ਦੀ ਆ। ਸੋ ਉਸ ਫਲਸਫੇ ਨੂੰ ਲੈ ਕੇ ਕਈ ਵੇਲੇ ਸਾਡਿਆਂ ਮਨਾਂ ਵਿੱਚ ਵੀ ਆਉਂਦਾ, ਜਦੋਂ ਤੜਕੇ ਦੇ 3 ਵੱਜਦੇ ਆ ਨਾ, ਉੱਥੇ -7-8 ਦੇ ਵਿੱਚ ਹੋਈਏ, ਤੜਕੇ ਨੂੰ ਸਾਡੇ ਵਰਗੇ ਵੀ ਸੋਚਣ ਲੱਗ ਪਏ। ਮੈਂ ਆਪ ਸੋਚਿਆ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਕਿ ਯਾਰ ਅਸੀਂ ਕਾਹਦੇ ਲਈ ਨੱਠੇ ਭੱਜੇ ਫਿਰਦੇ ਆ, ਸਰੀਰ ਸਾਡੇ ਕੰਬਦੇ ਆ, ਖਾਣ ਨੂੰ ਸਾਨੂੰ ਮਿਲਦਾ ਨਹੀਂ, ਤੇ ਸਮੇਂ ਸਿਰ ਅਸੀਂ ਇਹ ਵੀ ਦੱਸ ਦਈਏ ਕਿ ਜੋ ਅਸੀਂ ਰੈਫਿਊਜੀਆਂ ਨੂੰ ਖਿਲਾਉਂਦੇ ਆ ਉਹੀ ਅਸੀਂ ਆਪ ਖਾਂਦੇ ਆ, ਕਿਉਂਕਿ ਅਸੀਂ ਸਾਡੀ ਸਾਰੀ ਟੀਮ ਵੈਜੀਟੇਰੀਅਨ, ਤੇ ਅਸੀਂ ਜੋ ਚੌਲ ਮਿਲਦੇ ਆ ਉਹਨਾਂ ਨੂੰ ਮਿਲਦੇ ਆ ਛੋਲਿਆਂ ਦੇ ਨਾਲ, ਜਾਂ ਜੋ ਵੀ ਕੁਝ ਮਿਲਦਾ ਆ ਸਾਨੂੰ ਉਹਦੇ ਵਿੱਚ ਇਹ ਖੁਸ਼ੀ ਆ, ਕਿਉਂਕਿ ਉਹਨਾਂ ਦੀ ਖੁਸ਼ੀ ਦੇਖ ਕੇ, ਉਹਨਾਂ ਦੀਆਂ ਜਾਨਾਂ ਬਚੀਆਂ ਦੇਖ ਕੇ, ਤੇ ਸਾਡੇ ਮਨਾਂ ਦੇ ਵਿੱਚ ਵੀ ਚਾਅ ਚੜ੍ਹਦਾ। ਸੇਵਾ ਉੱਤੇ ਬਹੁਤ ਲੋਕ ਕਰ ਰਹੇ ਨੇ, ਪਰ ਸਭ ਤੋਂ ਵੱਡੀਆਂ ਜਿਹੜੀਆਂ ਸੇਵਾਵਾਂ ਉਹ ਯੂਨਾਈਟਿਡ ਸਿੱਖ ਦੀਆਂ ਹੀ ਉੱਥੇ ਚੱਲ ਰਹੀਆਂ। ਸਭ ਤੋਂ ਵੱਡੇ ਟੈਂਟ ਲੱਗੇ, ਉਹ ਕਈ ਹਜ਼ਾਰ ਬੰਦਾ ਉਹਨਾਂ ਦੇ ਵਿੱਚੋਂ ਨਿਕਲ ਰਿਹਾ ਹੈ ਜੀ ਰੋਜ਼। ਕੋਈ ਐਸੀ ਘੜੀ ਆਈ ਹੋਵੇਗੀ ਜਦੋਂ ਆਪਾਂ ਸੇਵਾ ਕਰ ਰਹੀ ਹੋਏ, ਕੋਈ ਲੰਗਰ ਦੀ ਥੋੜ ਲੱਗੀ ਹੋਏ, ਸਾਨੂੰ ਕਿਸੇ ਜ਼ਰੂਰੀ ਵਸਤੂ ਦੀ ਥੋੜ ਪਈ ਹੋਏ, ਇੱਦਾਂ ਦਾ ਕੋਈ ਮੌਕਾ ਆਇਆ ਹੋਇਆ? ਤੋੜਾਂ ਆ ਜਾਂਦੇ ਆ ਜੀ, ਪਰ ਮਹਾਰਾਜ ਅਟੁੱਟ ਲੰਗਰ ਵਰਤਦੇ ਨੇ ਗੁਰੂ ਸਾਹਿਬ ਦੇ, ਤੇ ਕਿਤੇ ਨਾ ਕਿਤੇ ਕੁਛ ਨਾ ਕੁਛ ਹੋ ਹੀ ਜਾਂਦਾ ਆ, ਕੋਈ ਨਾ ਕੋਈ ਸੱਜਣ ਆ ਕੇ ਤੇ ਕੁਛ ਨਾ ਕੁਛ ਕਰੇ ਹੀ ਜਾਂਦਾ ਆ। ਹੁਣ ਸਾਨੂੰ ਜਦੋਂ ਵੀ ਕਿਤੇ ਸਮਾਨ ਦੀ ਘਾਟ ਲੱਗਦੀ ਹੋਵੇ ਕਿ ਸਾਡਾ ਡਰਾਈ ਰਾਸ਼ਨ ਘਟ ਗਿਆ ਜੀ, ਚੌਲ ਘਟ ਗਏ ਨੇ, ਛੋਲੇ ਘਟ ਗਏ ਨੇ ਕਿਤੋਂ, ਤੇ ਅਸੀਂ ਉਸੇ ਵੇਲੇ ਆਪਣੇ ਗਰੁੱਪਾਂ ਦੇ ਵਿੱਚ ਦੱਸ ਦਈਦਾ ਫਿਰ ਕਿ 2 ਦਿਨ ਦਾ ਸਾਡੇ ਕੋਲ ਰਾਸ਼ਨ ਰਹਿ ਗਿਆ, ਰਾਸ਼ਨ ਹੋਰ ਭੇਜੋ। ਉਸੇ ਵੇਲੇ ਸਾਡੇ ਜਾਂ ਜਰਮਨ ਤੋਂ ਹੋਏ, ਹਾਲੈਂਡ ਤੋਂ ਹੋਏ, ਬੈਲਜੀਅਮ ਤੋਂ ਹੋਏ, ਕਿਉਂਕਿ ਇੰਗਲੈਂਡ ਉੱਥੋਂ ਦੂਰ ਆ, ਕੋਈ ਸੈਂਸ ਨਹੀਂ ਬਣਦੀ ਕਿ ਅਸੀਂ ਵਾਰ-ਵਾਰ ਉੱਧਰੋਂ ਸਮਾਨ ਮੰਗਾਈ ਜਾਈਏ। ਜਿਹੜਾ ਸਮਾਨ ਇੰਗਲੈਂਡ ਤੋਂ ਮੰਗਾਉਣਾ ਸੀਗਾ, ਜਿਵੇਂ ਰੇਡੀਓ ਕਮਿਊਨੀਕੇਸ਼ਨ ਬਹੁਤ ਜ਼ਰੂਰੀ ਆ ਉੱਥੇ ਲੌਂਗ ਡਿਸਟੈਂਸ ਤੇ ਸ਼ੋਰਟ ਡਿਸਟੈਂਸ ਦੇ ਲਈ, ਉਹ ਉੱਧਰੋਂ ਅਸੀਂ ਲੈ ਕੇ ਆਏ। ਜਨਰੇਟਰ ਚਲੋ ਸਾਡੇ ਕੋਲ ਸੀਗੇ, ਉਹ ਲੈ ਕੇ ਆਏ, ਪਰ ਬਾਕੀ ਸਮਾਨ ਅਸੀਂ ਫਿਰ ਯੂਰਪ ਤੋਂ ਹੀ ਸੋਰਸ ਆਊਟ ਕਰ ਰਹੇ ਹਾਂ, ਜਾਂ ਫਿਰ ਅਸੀਂ ਲੋਕਲੀ ਉੱਥੋਂ ਉਸ ਨੂੰ ਪਰਚੇਸਿੰਗ ਦੇ ਵਿੱਚ ਲਿਆ ਰਹੇ ਹਾਂ ਜੀ। ਆਪਾਂ ਦੇਖਿਆ ਕਿ ਜਿੱਦਾਂ ਸਾਨੂੰ ਪਤਾ ਲੱਗਾ ਕਿ ਯੂਨਾਈਟਿਡ ਸਿੱਖਸ ਵੱਲੋਂ ਕੁਝ ਬੱਚੇ ਵੀ ਉੱਥੋਂ ਕੱਢੇ ਗਏ, ਉਸ ਟਾਈਮ ਕੋਈ ਤੁਹਾਡੇ ਅੱਗੇ ਕੋਈ ਆਫਤ ਆਈ ਹੋਏ, ਕੁਝ ਇੱਦਾਂ ਦੀ ਮੁਸੀਬਤ ਆਈ ਹੋਏ? ਮੁਸੀਬਤ ਉਹ ਬੱਚਿਆਂ ਨੇ ਜੀ, ਜਿਵੇਂ ਸਾਡੇ ਇੰਟਰਨੈਸ਼ਨਲ ਸਟੂਡੈਂਟਸ ਸਨ, ਇੱਕ ਕੁੜੀ ਹਿੰਦੂ ਪਰਿਵਾਰ ਨਾਲ ਰਿਲੇਟਡ ਸੀ, ਇੱਕ ਕੁੜੀ ਸਿੱਖਾਂ ਦੇ ਪਰ ਹਰਿਆਣੇ ਦੇ ਨਾਲ ਰਿਲੇਟਡ ਸੀ, ਤੇ ਇੱਕ ਮੁੰਡਾ ਸੀ ਈਸਾਈਆਂ ਦਾ, ਸਾਊਥ ਇੰਡੀਆ ਦੇ ਨਾਲ ਰਿਲੇਟਡ ਸੀਗਾ। ਤੇ ਇਹ ਇੱਕ ਮੈਂ ਤੁਹਾਨੂੰ ਇੱਕੋ ਐਗਜ਼ਾਮਪਲ ਦੇ ਰਿਹਾ, ਪਰ ਬੱਚੇ ਉੱਥੋਂ 100 ਦੇ ਹਿਸਾਬ ਨਾਲ ਨਿਕਲੇ ਨੇ।
ਤੇ ਉਹਨਾਂ ਬੱਚਿਆਂ ਨੇ ਰਿਅਲਾਈਜ਼ ਨਹੀਂ ਕੀਤਾ ਸਮੇਂ ਸਿਰ ਕਿ ਜੋ ਸਰਕਾਰੀ ਰੂਟ ਸੀਗਾ, ਸਰਕਾਰਾਂ ਇੱਥੇ ਇਹ ਵੀ ਗੱਲ ਸਪਸ਼ਟ ਕਰ ਦਈਏ, ਸਰਕਾਰਾਂ ਨੇ ਵੀ ਆਪਣੀ ਵਾਹ ਲਾਈ, ਪਰ ਜਦੋਂ ਹਾਹਾਕਾਰ ਮਚੀ ਹੁੰਦੀ ਆ ਲੜਾਈਆਂ ਦੇ ਵਿੱਚ, ਜਦੋਂ ਤੁਸੀਂ ਕਿਸੇ ਨਾਲ ਵੀ ਫਿਰ ਗੱਲ ਕਰਦੇ ਆ, ਕਿਸੇ ਸਰਕਾਰ ਨਾਲ ਵੀ ਗੱਲ ਕਰਦੇ ਆ, ਰਸ਼ੀਅਨ ਹੋਵੇ, ਯੂਕਰੇਨ ਹੋਵੇ, ਇੰਡੀਆ ਸਰਕਾਰ ਹੋਵੇ, ਉਹ ਕਹਿੰਦੇ ਸਾਨੂੰ ਤਾਂ ਆਪਣੇ ਬੰਦੇ ਨਹੀਂ ਲੱਭ ਰਹੇ, ਅਸੀਂ ਬਾਕੀ ਤੁਹਾਡੇ ਕਿੱਥੋਂ ਲੱਭ ਦੇਣੇ ਆ। ਹਾਹਾਕਾਰ ਇਹੋ ਜਿਹੀ ਮਚ ਜਾਂਦੀ ਆ। ਉੱਧਰੋਂ ਬੰਬਾਰਡਮੈਂਟ ਹੋ ਰਹੇ ਸੀ, ਉਹ ਬੱਚੇ ਸਮੇਂ ਸਿਰ ਨਹੀਂ ਨਿਕਲੇ। ਉਹ ਅਫੀਸ਼ੀਅਲ ਰੂਟ ਜਿਹੜਾ ਸੀਗਾ ਕਰਸ਼ੀਆ ਦੇ ਵਿੱਚ ਉਹ ਨਿਆਣੇ ਫਸ ਗਏ। ਅਫੀਸ਼ੀਅਲ ਰੂਟ ਸੀਗਾ ਉਹਨਾਂ ਦਾ ਕ੍ਰਾਈਮੀਅਰ, ਰਸ਼ੀਆ ਨੂੰ ਜਾਣਾ ਬਾਈ ਬੱਸ ਬਾਈ ਲੈਂਡ, ਫਿਰ ਕ੍ਰਾਈਮੀਅਰ ਤੋਂ ਟ੍ਰੇਨ 'ਚ ਜਾਣਾ ਮਾਸਕੋ ਨੂੰ, 1.5-2 ਦਿਨ ਦਾ ਸਫ਼ਰ। ਮਾਸਕੋ ਤੋਂ ਫਿਰ ਫਲਾਈਟਾਂ ਲਾਈਆਂ ਸੀ ਸਰਕਾਰ ਨੇ, ਪਰ ਜਦੋਂ ਉਹ ਕੱਟ ਆਫ ਹੋ ਗਿਆ, ਸਮੇਂ ਸਿਰ ਨਹੀਂ ਨਿਕਲੇ, ਉਹ ਬੱਚੇ ਜਦੋਂ ਫਸ ਗਏ, ਫਿਰ ਉਹਨਾਂ ਨੇ ਜਾਂ ਹੋਰਨਾਂ ਆਰਗੇਨਾਈਜੇਸ਼ਨਾਂ ਨੇ ਇੰਡੀਆ ਤੋਂ ਵੀ ਸਾਡੇ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਪਤਾ ਸੀ ਕਿ ਯੂਨਾਈਟਿਡ ਸਿੱਖ ਇੱਥੇ ਨੇੜੇ ਤੇੜੇ ਆ, ਭਾਵੇਂ ਅਸੀਂ 1500 ਕਿਲੋਮੀਟਰ ਦੂਰ ਸੀ, ਪਰ ਫਿਰ ਵੀ ਅਸੀਂ ਉਹਨਾਂ ਨੂੰ ਨੇੜੇ ਲੱਗੇ ਤੇ ਉਹਨਾਂ ਨੂੰ ਯਕੀਨ ਸੀ ਕਿ ਇਹ ਕਰਨਗੇ ਕੁਛ ਨਾ ਕੁਛ, ਇਹ ਕੱਢ ਸਕਦੇ ਆ। ਸਾਡੇ ਕੋਲ ਸਪੈਸ਼ਲਿਸਟ ਐਕਸ ਮਿਲਟਰੀ ਟੀਮਾਂ ਨੇ ਜੀ, ਤੇ ਸਮਰੱਥਾ ਰੱਖਦੇ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਤੇ ਉਹਨਾਂ ਟੀਮਾਂ ਨੂੰ ਤਾਇਨਾਤ ਕੀਤਾ ਗਿਆ। ਸਾਰਾ ਵੇਰਵਾ ਲਿਆ ਗਿਆ। ਤਕਰੀਬਨ 1.5 ਹਫ਼ਤਾ ਸਾਡੀ ਗੱਲਬਾਤ ਚੱਲਦੀ ਰਹੀ। ਸਾਰੇ ਜੋ ਸਿਕਿਉਰਿਟੀ ਅਸੀਂ ਪ੍ਰੀਕਾਸ਼ਨ ਲੈਣੀ ਸਨ, ਜਿਹੜਾ ਵੀ ਉੱਤੇ ਕੰਟਰੋਲ ਉਸ ਵੇਲੇ ਰਸ਼ੀਆ ਦਾ ਸੀਗਾ, ਪਰ ਯੂਕਰੇਨ ਟਰਾਈਂਗ ਟੂ ਬ੍ਰੇਕ ਥਰੂ, ਜਾਣੀ ਕਿ ਬਹੁਤ ਕੁਛ ਉੱਤੇ ਹੁੰਦਾ ਹੈ ਜੀ ਉਹਨਾਂ ਆਪਰੇਸ਼ਨਾਂ ਦੇ ਵਿੱਚ। ਉਹਨਾਂ ਬੱਚਿਆਂ ਨੂੰ ਉੱਥੋਂ ਅਸੀਂ ਕਿੱਦਾਂ ਲਿਆਂਦਾ, ਇਹ ਜਾਂ ਤਾਂ ਅਸੀਂ ਜਾਣਦੇ ਹਾਂ ਜਾਂ ਮਹਾਰਾਜ ਜਾਣਦਾ। ਉਹਨਾਂ ਨੂੰ ਸੇਫਲੀ ਮਕਲੋਬਾ ਲਿਆਂਦਾ ਗਿਆ, ਮਕਲੋਬ ਤੋਂ ਫਿਰ ਓਡੈਸਾ ਲਿਆਂਦਾ ਗਿਆ। ਓਡੈਸਾ ਦੇ ਵਿੱਚ ਮਹਾਰਾਜ ਦੀ ਬਾਣੀ ਵੀ ਸੀ, ਜਿਹੜੀ ਮੇਰੇ ਖਿਆਲ ਤੁਸੀਂ ਬਾਅਦ 'ਚ ਗੱਲ ਕਰੋਗੇ। ਤੇ ਓਡੈਸਾ ਤੋਂ ਫਿਰ ਉਹਨਾਂ ਨੂੰ ਲਿਜਾਂਦਾ ਗਿਆ ਮੋਲਡੋਵੀਆ ਤੋਂ ਫਿਰ ਉਹ ਨਿਆਣੇ ਗਏ ਆ ਰੋਮੇਨੀਆ, ਜਿੱਥੇ ਕਿ ਉਹ ਸੇਫ ਐਂਡ ਸਾਊਂਡ, ਤੇ ਉਹਨਾਂ ਦੀ ਸਟੇਟਮੈਂਟ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜਾਊਗੀ। ਇੱਕ ਆਪਾਂ ਦੇਖਿਆ ਕਿ ਉੱਥੇ ਬੱਚਿਆਂ ਦੇ ਨਾਲ ਨਾਲ ਤੁਸੀਂ ਮਹਾਰਾਜ ਦੀ ਬਾਣੀ ਵੀ, ਜਿੱਦਾਂ ਹੁਣ ਗੱਲ ਚੱਲ ਰਹੀ ਕਿ ਮਹਾਰਾਜ ਦੇ ਸਰੂਪ ਵੀ ਉੱਥੋਂ ਕੱਢੇ ਗਏ ਕੁਝ। ਜੀ ਮਹਾਰਾਜ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਨ, ਉਹ ਉੱਤੇ ਦੀ ਸੰਗਤ ਪ੍ਰਬੰਧਕ ਕਮੇਟੀ ਨੇ ਪਹਿਲਾਂ ਹੀ ਉਹਨਾਂ ਨੇ ਆਦਰ ਸਤਿਕਾਰ ਦੇ ਨਾਲ ਉੱਥੋਂ ਲੈ ਗਏ, ਪਰ ਪਿੱਛੇ ਰਹਿ ਗਏ ਸਨ ਮਹਾਰਾਜ ਦੀਆਂ ਪੋਥੀਆਂ, ਸੈਂਚੀਆਂ। ਮਹਾਰਾਜ ਦੇ 2 ਭਾਗਾਂ ਦੇ ਵਿੱਚ 2 ਸੈਂਚੀਆਂ ਸਨ, ਤੇ ਬਾਣੀ ਕੁਛ ਹਿੰਦੀ ਦੇ ਵਿੱਚ ਵੀ ਬਾਣੀ ਸੀ, ਗੁਟਕੇ ਸਾਹਿਬ ਸਨ, ਜਿਵੇਂ ਜਪਜੀ ਸਾਹਿਬ, ਆਪਣੇ ਸੁਖਮਨੀ ਸਾਹਿਬ, ਹੋਰ 5 ਬਾਣੀਆਂ, ਸਾਰਾ ਕੁਛ ਮਿਕਸਡ ਸੀਗਾ। ਕੁਛ ਹਿੰਦੀ ਦੇ ਵਿੱਚ ਸੀ, ਕੁਛ ਪੰਜਾਬੀ ਦੇ ਵਿੱਚ ਸੀਗਾ, ਗੁਰਮੁਖੀ ਦੇ ਵਿੱਚ ਸੀ। ਉੱਤੇ ਇੱਕ ਗੱਲ ਇੱਥੇ ਹੋਰ ਦਿਲਚਸਪ ਇਹ ਆਉਂਦੀ ਹੈ ਜੀ ਕਿ ਇੱਕ ਹਿੰਦੂ ਪਰਿਵਾਰ ਦੇ ਵਿੱਚੋਂ ਹਿੰਦੂ ਸਾਡਾ ਭਾਈ, ਉਹ ਗੁਰਦੁਆਰਾ ਸਾਹਿਬ ਦੇ ਕੋਲ ਰਹਿੰਦਾ। ਉਹ ਬਾਕੀ ਜਿਹੜੇ ਸਾਡੇ ਸਿੱਖ ਪਰਿਵਾਰ ਸਨ ਉਹ ਦੂਰ ਰਹਿੰਦੇ ਸਨ। ਇਹ ਹਿੰਦੂ ਭਰਾ ਸਾਡਾ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਸੇਵਾ ਨਿਭਾ ਰਿਹਾ ਸੀਗਾ ਜਿੰਨਾ ਟਾਈਮ ਉਹ ਕਰ ਸਕਿਆ। ਤੇ ਉਦਣ ਵੀ ਜਦੋਂ ਉੱਤੇ ਚਾਬੀ ਖੋਲ੍ਹੀ ਆ, ਉਹ ਸਾਡੇ ਹਿੰਦੂ ਭਰਾ ਨੇ ਆ ਕੇ ਚਾਬੀ, ਤੇ ਅਸੀਂ ਜਿਹੜੇ ਕੰਟੈਕਟਾਂ ਦੇ ਥਰੂ ਜੋ ਵੀ ਕੁਛ ਕੀਤਾ, ਤੇ ਉਹਨਾਂ ਨੇ ਉਦਣ ਮੈਨੂੰ ਉਹਨਾਂ ਦਾ ਨਾਮ ਹੁਣ ਚੇਤੇ ਭੁੱਲ ਗਿਆ ਜੀ, ਪ੍ਰੈਸ ਰਿਲੀਜ਼ ਦੇ ਵਿੱਚ ਆ, ਤੇ ਉਹਨਾਂ ਨੇ ਭੋਲਾਨਾਥ ਜੀ ਉਹਨਾਂ ਦਾ ਨਾਮ ਸੀਗਾ ਜੀ। ਤੇ ਉਹ ਸਰਦਾਰ ਸਿਮਰਨ ਸਿੰਘ ਨੂੰ ਮਿਲੇ। ਸਰਦਾਰ ਸਿਮਰਨ ਸਿੰਘ ਹੁਣੀ ਜੋ ਸਾਡੀ ਟੀਮ ਹੈ, ਇੱਕ ਹੋਰ ਟੀਮ ਹੈ ਜੀ, ਜਿਹੜੇ ਸਿੱਖ ਧਰਮਾ ਇੰਟਰਨੈਸ਼ਨਲ, ਤੇ ਉਹ ਜਿਹੜਾ ਇੱਕ ਪ੍ਰੋਜੈਕਟ ਸੀਗਾ ਜੀ ਮਹਾਰਾਜ ਦੀਆਂ ਬਾਣੀ ਨੂੰ ਐਕਸਟ੍ਰੈਕਟ ਕਰਨ ਦਾ, ਉਹ ਇੱਕ ਵੈਲ ਕੋਆਰਡੀਨੇਟਡ ਵਿਦ ਦਾ UK ਡਿਫੈਂਸ ਨੈਟਵਰਕ, ਸਿੱਖ ਡਿਫੈਂਸ ਨੈਟਵਰਕ ਸੀਗਾ। ਯੂਕਰੇਨੀਅਨ ਮਿਲਟਰੀ ਉਹਦੇ ਵਿੱਚ ਇਨਵੋਲਵ ਸੀਗੀ, ਉਹਨਾਂ ਦੇ ਰੇਡਰ ਰੂਡਰ, ਜੋ ਵੀ ਸਾਨੂੰ ਗਰਾਊਂਡ ਰਿਪੋਰਟ ਵੀ ਚਾਹੀਦੀ ਸੀ, ਕਿਉਂਕਿ ਪਿੱਛੇ ਬੱਚੇ ਵੀ ਆ ਰਹੇ ਸਨ ਸਾਡੀ ਟੀਮ ਲੈ ਕੇ ਉਹਨਾਂ ਨੂੰ, ਬੱਚਿਆਂ ਨੂੰ, ਤੇ ਉਹ ਜਾਇਜ਼ਾ ਲੈਣਾ ਉੱਤੇ ਸਾਰਾ ਪਏ ਵੀ ਕਿਤੇ ਸ਼ੈਲਿੰਗ ਨਾ ਹੋ ਜਾਵੇ, ਉਹ ਸਾਰਾ ਬਹੁਤ ਜ਼ਰੂਰੀ ਸੀਗਾ। ਸੋ ਉਹ ਰਿਪੋਰਟਾਂ ਮਿਲੀ ਜਾਂਦੀਆਂ ਸੀਗੀਆਂ। ਤੇ ਉਹ ਜਿਹੜੀ ਪਿੱਛੋਂ ਟੀਮ ਬੱਚਿਆਂ ਨੂੰ ਲੈ ਕੇ ਆ ਰਹੀ ਸੀ, ਇਨੀਸ਼ੀਅਲੀ ਉਸ ਟੀਮ ਦੀ ਉਹ ਜ਼ਿੰਮੇਵਾਰੀ ਸੀ ਐਕਸਟ੍ਰੈਕਟ ਗੁਰਬਾਣੀ ਕਰਨੀ, ਪਰ ਕਿਉਂਕਿ ਉਹ 8-10 ਘੰਟੇ ਪਿੱਛੇ ਲੇਟ ਹੋ ਗਏ ਉੱਧਰ ਬੰਬਾਰਡਮੈਂਟ ਦੇ ਕਰਕੇ। ਫਿਰ ਭੇਜਿਆ ਗਿਆ ਸਰਦਾਰ ਸਿਮਰਨ ਸਿੰਘ ਨੂੰ, ਤੇ ਸਿਮਰਨ ਸਿੰਘ ਹੁਣਾਂ ਦੇ ਨਾਲ ਇਹਨਾਂ ਨੇ ਇਕੱਲਿਆਂ ਨੇ ਹੀ, ਬਾਕੀ ਸਾਰੀ ਹੋਰ ਵੀ ਟੀਮ ਦੇ ਮੈਂਬਰ ਸਨ, ਜਿਵੇਂ ਕਿ ਉਹਨਾਂ ਦੇ ਜਿਹੜੇ ਲੋਕਲ ਔਨ ਗਰਾਊਂਡ ਉਹਨਾਂ ਦੀ ਸਿਕਿਉਰਿਟੀ ਡਿਟੇਲ ਸੀ, ਉਹ ਯੂਕਰੇਨੀਅਨ ਬੀਬੀਆਂ ਦੀ ਹੀ ਸੀ, ਜਿਨ੍ਹਾਂ ਦੇ ਕਿ ਘਰ ਵਾਲੇ ਲੜ ਰਹੇ ਨੇ, ਤੇ ਉਹ ਬੀਬੀਆਂ ਉਹਨਾਂ ਨੂੰ ਗੱਡੀ ਦੇ ਵਿੱਚ, ਆਪਣੀ ਗੱਡੀ ਦੇ ਵਿੱਚ ਲਿਜਾ ਕੇ ਉਹਨਾਂ ਨੇ ਐਕਸਟ੍ਰੈਕਟ ਉੱਥੋਂ ਫਿਰ ਬਾਈ ਲੈਂਡ ਹੀ ਓਡੈਸਾ ਤੋਂ ਮੋਲਡੋਵੀਆ ਤੋਂ ਰੋਮੇਨੀਆ ਤੋਂ ਫਿਰ ਬਾਣੀ ਜਿਹੜੀ ਉਹ ਲੰਡਨ ਆਈ ਹੈ ਜੀ। ਲੰਡਨ ਤੋਂ ਫਿਰ ਹੁਣ ਉਹ ਬਾਣੀ ਸੁਸ਼ੋਭਿਤ ਆ ਨੈਸ਼ਨਲ ਸਿੱਖ ਮਿਊਜ਼ੀਅਮ ਡਰਬੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਵੈਨ ਗਈ ਆ, ਉੱਤੇ ਉਹ ਬਾਣੀ ਇਸ ਵੇਲੇ ਸੁਸ਼ੋਭਿਤ ਆ। ਨਾਲ ਮੈਂ ਇਹ ਵੀ ਕਹਿ ਦੇਵਾਂ ਜੀ ਕਿ ਸਾਡਾ ਉਹ ਯੂਕਰੇਨ ਦੀ ਸੰਗਤ ਨਾਲ, ਯੂਕਰੇਨ ਦੇ ਪ੍ਰਬੰਧ ਨਾਲ ਕੋਈ ਸ਼ਿਕਵਾ ਨਹੀਂ। ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ, ਕੋਈ ਨਹੀਂ, ਤੁਸੀਂ ਉਹਨਾਂ ਦੇ ਪਾਉਂਦਾ ਕਿ ਅਸੀਂ ਸਮਾਨ ਲੈ ਚੱਲੇ ਹਾਂ ਮੇਨ, ਬਾਕੀ ਲਈ ਅਸੀਂ ਕੱਲ੍ਹ ਨੂੰ ਆਵਾਂਗੇ, ਪਰ ਉਹ ਕੱਲ੍ਹ ਨਹੀਂ ਆਈ। ਉਹ ਲੜਾਈ ਇੰਨੀ ਵੱਧ ਗਈ ਕਿ ਉਹਨਾਂ ਦੀ ਕੱਲ੍ਹ ਨਹੀਂ ਆਈ, ਉਹ ਵਾਪਸ ਜਾ ਹੀ ਨਹੀਂ ਸਕੇ ਉਸ ਥਾਂ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ। ਤੇ ਅਸੀਂ ਉਹਨਾਂ ਨਾਲ ਵਾਅਦਾ ਕੀਤਾ, ਕੋਈ ਨਹੀਂ, ਖਾਲਸਾ ਜਿਉਂਦਾ ਆ, ਮਹਾਰਾਜ ਦੀ ਬਾਣੀ ਉੱਤੋਂ ਅਦਬ ਸਤਿਕਾਰ ਦੇ ਨਾਲ ਆਊਗੀ। ਤੇ ਜਦੋਂ ਮਾਹੌਲ ਠੀਕ ਹੋਇਆ, ਖੁਸ਼ਹਾਲੀ ਦੇ ਦਿਨ ਆਏ, ਇਹੀ ਟੀਮਾਂ
ਮਹਾਰਾਜ ਦੀ ਬਾਣੀ ਅਦਬ ਸਤਿਕਾਰ ਦੇ ਨਾਲ ਵਾਪਸ ਯੂਕਰੇਨ ਜਾਊਗੀ ਤੇ ਉਸੇ ਤਰ੍ਹਾਂ ਗੁਰੂ ਸਾਹਿਬ ਦੇ ਨਿਸ਼ਾਨ ਉੱਤੇ ਝੁੱਲਣਗੇ। ਬਹੁਤ ਤਗੜੀ ਗੱਲ ਹੈ ਜੀ, ਆਪਣੇ ਸਿੱਖ ਸਮਾਜ ਵਾਸਤੇ ਬਹੁਤ ਅੱਛੀ ਗੱਲ ਹੈ। ਬਹੁਤ ਅੱਛੀ ਖਬਰ ਦੀ ਜਿਹੜੀ ਇਹ ਵੀ ਖਬਰ ਹੈ ਕਿ ਪੂਰੇ ਅਦਬ ਸਤਿਕਾਰ ਦੇ ਨਾਲ ਜਿਹੜੀ ਹੈਗੀ ਗੁਰਬਾਣੀ ਸੇਫ ਜਗ੍ਹਾ ਪਹੁੰਚ ਚੁੱਕੀ ਹੈ, ਔਰ ਜੇ ਲੜਾਈ ਖਤਮ ਹੁੰਦੀ ਆ, ਅਮਨ ਸ਼ਾਂਤੀ ਫਿਰ ਆਉਂਦੀ ਤਾਂ ਗੁਰਦੁਆਰਾ ਫਿਰ ਉਸੇ ਤਰ੍ਹਾਂ ਬਹਾਲ ਹੋਏਗਾ। ਇੱਕ ਆਪਾਂ ਗੱਲ ਕਰੀਏ ਕਿ ਅਫਗਾਨਿਸਤਾਨ 'ਚ ਲੜਾਈ ਹੋਏ, ਪਾਕਿਸਤਾਨ 'ਚ ਹੋਏ, ਕਿਤੇ ਵਰਲਡ 'ਚ ਕਿਤੇ ਹੋਏ, ਯੂਨਾਈਟਿਡ ਸਿੱਖ ਸਭ ਤੋਂ ਪਹਿਲਾਂ ਪਹੁੰਚਦਾ। ਕੋਈ ਵੀ ਸੰਸਥਾ ਹੈਗੀ ਜਿਹੜੀ ਆਪਣੀ ਸਿੱਖ ਪਹੁੰਚਦੇ ਆ ਉੱਥੇ। ਪਰ ਜੇ ਆਪਾਂ ਇਸੇ ਦੌਰਾਨ ਗੱਲ ਕਰੀਏ ਕਿਸਾਨੀ ਸੰਘਰਸ਼ ਦੀ, ਕਿਸਾਨੀ ਸੰਘਰਸ਼ ਦੌਰਾਨ ਸਾਡਾ ਸਰੂਪ ਦੇਖ ਕੇ ਸਾਨੂੰ ਅੱਤਵਾਦੀ ਵੀ ਕਿਹਾ ਗਿਆ, ਵੱਖਵਾਦੀ ਵੀ ਕਿਹਾ ਗਿਆ, ਸਾਡੇ ਉੱਤੇ ਹਮਲੇ ਵੀ ਹੋਏ। ਇਸ ਨੂੰ ਕਿੱਦਾਂ ਦੇਖਦਾ ਯੂਨਾਈਟਿਡ ਸਿੱਖ? ਇਹ ਮਾੜੀ ਕਿਸਮਤ ਹੈ ਜੀ ਕਿ ਜਿਸ ਹਿੰਦੁਸਤਾਨ ਦੀ ਖਾਤਰ ਸਾਡੇ ਗੁਰੂਆਂ ਨੇ ਸ਼ਹਾਦਤਾਂ ਵੀ ਦੇ ਦਿੱਤੀਆਂ, ਇੱਕ ਮਾਨਵਤਾ ਦੇ ਲਈ, ਇੱਕ ਸਾਂਝੀ ਵਾਲਤਾ ਦੇ ਲਈ, ਕਿ ਜੇ ਉਹਨਾਂ ਮੁਲਕਾਂ ਦੇ ਵਿੱਚ ਵੀ ਅਸੀਂ ਜੇ ਇੱਥੇ ਸੇਫ ਨਹੀਂ ਫੀਲ ਕਰਦੇ, ਅਸੀਂ ਤੁਹਾਨੂੰ ਸੀਰੀਅਸਲੀ ਦੱਸੀਏ ਕਿ ਜਿੰਨਾ ਅਸੀਂ ਸੇਫ ਬਾਹਰਲੇ ਮੁਲਕਾਂ ਦੇ ਵਿੱਚ ਆਪਣੇ ਆਪ ਨੂੰ ਸ਼ਸਤਰ ਵਸਤਰ ਸਾਰਾ ਕੁਝ ਯੂਕਰੇਨ ਦੇ ਇੰਟਰਨੈਸ਼ਨਲ ਬੋਰਡਰਾਂ ਤੋਂ ਵੀ ਲੰਘਦੇ ਹਾਂ। ਇਹ ਪਹਿਚਾਣ ਗੁਰੂ ਦੀ, ਇਸ ਨੂੰ ਲੋਕ ਦੇਖ ਕੇ ਦੂਰੋਂ ਹੀ ਨਮਸਕਾਰ ਕਰਦੇ ਆ। ਇਹ ਲੋਕ ਸੱਚੀ ਕਿ ਜਿਨ੍ਹਾਂ ਨੂੰ ਤੁਸੀਂ ਬੋਲੀ ਸਮਝ ਨਹੀਂ ਸਕਦੇ, ਉਹ ਲੋਕ ਇੰਨੇ ਪ੍ਰਭਾਵਿਤ ਹੋ ਗਏ ਕਿ ਕਈ ਵੇਲੇ ਗਲ ਲੱਗ ਕੇ ਰੋਂਦੇ ਆ, ਕਈ ਵੇਲੇ ਪੈਰਾਂ ਤੱਕ ਉਹ ਜਾਣ ਦੀ ਕੋਸ਼ਿਸ਼ ਕਰਦੇ, ਕਿਉਂਕਿ ਉਹਨਾਂ ਨੂੰ ਪਰੰਪਰਾ ਪਤਾ ਕਿ ਹਿੰਦੁਸਤਾਨ ਦੀ ਜਾਂ ਇਹ ਲੋਕ ਇੰਡੀਆ ਤੋਂ ਨੇ, ਇਹ ਪੈਰੀਂ ਹੱਥ ਲਾਉਂਦੇ ਹੁੰਦੇ ਆ। ਉਹ ਕਈ ਲੋਕ ਤੁਹਾਡੇ ਪੈਰਾਂ ਨੂੰ ਛੂਹਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਨੂੰ ਫਿਰ ਰੋਕੀਦਾ ਆ, ਬਸ ਇੰਨਾ ਹੀ ਬਹੁਤ ਹੈ ਕਿ ਤੁਸੀਂ ਸਾਨੂੰ ਮਿਲ ਲੈ। ਜਿਹੜਾ ਬਾਣਾ ਦੇ ਇੱਕ ਸਮਝਦੇ ਕਿ ਇਹ ਸਾਡਾ ਰਕਸ਼ਕ ਆ। ਹਾਂਜੀ, ਬਿਲਕੁਲ। ਸੋ ਇਸ ਕਿਸਾਨੀ ਸੰਘਰਸ਼ ਦੇ ਵਿੱਚ ਜਿੰਨਾ ਵੀ ਯੋਗਦਾਨ ਇੱਥੇ ਦੀ ਜਵਾਨੀ ਨੇ ਪਾਇਆ, ਕੁੜੀਆਂ ਮੁੰਡਿਆਂ ਦਾ, ਕਿ ਇਹਨਾਂ ਨੇ ਸਮਝ ਲਿਆ ਸੀ ਕਿ ਇਹ ਕਿਸਾਨੀ ਸੰਘਰਸ਼ ਸਾਡੇ ਲਈ ਬਹੁਤ ਜ਼ਰੂਰੀ ਆ। ਜਿਨ੍ਹਾਂ ਨੂੰ ਨਸ਼ਈ ਦੱਸਿਆ ਗਿਆ ਸੀਗਾ, ਜਿਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉੜਤਾ ਪੰਜਾਬ ਆ, ਇਹ ਆ, ਇਹ ਆ, ਤਖਤ 'ਤੇ ਪਲਟ ਦਿੱਤੇ ਇਹਨਾਂ ਨੇ। ਇਸ ਜਵਾਨੀ ਨੇ ਸਾਨੂੰ ਮਾਣ ਆ ਇਸ ਪੰਜਾਬ ਦੀ ਜਵਾਨੀ ਦੇ ਉੱਤੇ, ਹਰਿਆਣੇ ਵਾਲਿਆਂ 'ਤੇ ਤੇ ਬਾਕੀ ਵੀਰਾਂ ਭੈਣਾਂ 'ਤੇ, ਕਿ ਇਹਨਾਂ ਨੇ ਪਹਿਚਾਣ ਲਿਆ ਕਿ ਸਾਡੀ ਹੋਂਦ ਨੂੰ ਖਤਰਾ ਪੈ ਗਿਆ। ਇਹ ਗੱਲ ਸਿਰਫ ਫਸਲਾਂ ਦੀ ਨਹੀਂ ਰਹੀ, ਇਹ ਗੱਲ ਨਸਲਾਂ ਤੱਕ ਆਉਣੀ ਸੀਗੀ ਹੌਲੀ ਹੌਲੀ। ਜਿਹੜੀਆਂ ਜੰਜੀਰਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਤੋੜੀਆਂ, ਉਹ ਸਰਮਾਏਦਾਰਾਂ ਦੀਆਂ ਜੰਜੀਰਾਂ ਤੋੜੀਆਂ, ਤੁਹਾਨੂੰ ਜਗੀਰਦਾਰੀਆਂ ਤੋਂ ਕੱਢਿਆ, ਤੁਹਾਨੂੰ ਜਗੀਰਦਾਰੀਆਂ ਬਖਸ਼ੀਆਂ, ਮਹਾਰਾਜ ਨੇ ਬਾਦਸ਼ਾਹੀਆਂ ਬਖਸ਼ੀਆਂ। ਉਸੇ ਹੀ ਜੰਜੀਰਾਂ ਦੇ ਵਿੱਚ ਮੁੜ ਕੇ ਸਰਮਾਏਦਾਰਾਂ ਦੀ ਜੰਜੀਰਾਂ ਦੇ ਵਿੱਚ ਮੁੜ ਕੇ ਫਿਰ ਪੰਜਾਬ ਨੇ ਫਸ ਜਾਣਾ ਸੀਗਾ। ਘੁੰਮ ਘਮਾ ਕੇ ਉਹੀ ਸਰਕਲ ਫੇਰ ਸ਼ੁਰੂ ਹੋ ਜਾਣਾ ਸੀਗਾ ਜੀ। ਇਹ ਲੋਕਾਂ ਨੇ ਪਹਿਚਾਣਿਆ। ਸੋ ਅਸੀਂ ਸ਼ੁਕਰਗੁਜ਼ਾਰਦੇ ਹਾਂ ਉਸ ਗੁਰੂ ਸਾਹਿਬ ਦੇ ਕਿ ਸਾਡੀ ਗੁਰੂਆਂ ਦੀ ਧਰਤੀ, ਪੀਰਾਂ ਦੀ ਧਰਤੀ ਇਸੇ ਤਰ੍ਹਾਂ ਮੁੜ ਬਹਾਲੀ ਦੇ ਉੱਤੇ ਫਿਰ ਚੱਲੇਗੀ। ਆਪਾਂ ਦੇਖ ਸਕਦੇ ਕਿ ਜਿਹੜਾ ਹਿੰਦੂ ਸਿੱਖ ਮੁਸਲਮ ਬਵਾਲ ਜਿਹੜਾ ਸਿਰਫ ਇੰਡੀਆ 'ਚ ਹੀ ਰਹਿ ਗਿਆ, ਬਾਹਰ ਤੇ ਇੱਡਾ ਕੋਈ ਬਵਾਲ ਹੈ ਨਹੀਂ। ਸਾਰੇ ਇਕੱਠੇ ਬੈਠ ਕੇ ਰੋਟੀ ਖਾਂਦੇ, ਸਾਰਾ ਕੁਝ ਇਕੱਠੇ ਹੁੰਦਾ, ਸਾਰੇ ਇੱਕ ਦੂਜੇ ਨੂੰ ਮਿਲ ਵਰਤਣਾ। ਇਹ ਰਾਜਨੀਤਿਕ ਚਾਲਾਂ ਹੀ ਰਹਿ ਗਈਆਂ ਇੱਥੇ। ਰਾਜਨੀਤਿਕ ਚਾਲਾਂ ਜੇ ਇੱਥੇ ਵੀ ਦੇਖੀਏ ਜੀ ਕਿ ਹਿੰਦੂ ਪਰਿਵਾਰ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਭੋਲਾ ਨਾਥ ਜੀ ਉੱਥੇ ਸਾਡੇ ਯੂਕਰੇਨ ਦੇ ਵਿੱਚ ਹਿੰਦੂ ਪਰਿਵਾਰ 'ਚੋਂ ਸੀਗੇ। ਮਹਾਰਾਜ ਦੇ ਵੇਲੇ ਵੀ ਹਿੰਦੂ ਪਰਿਵਾਰਾਂ ਦੇ ਕਿੰਨੇ ਜਣੇ ਨਾਲ ਰਹੇ ਆ ਤੇ ਮੁਸਲਮਾਨ ਕਿੰਨੇ ਨਾਲ ਰਹੇ ਆ। ਤੇ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇ ਦਿੰਦਾ। ਸਾਡੇ ਉੱਥੇ ਪਰਿਵਾਰ ਦੇ ਵਿੱਚ ਹੀ ਮਹਾਰਾਜ ਦੇ ਘਰ ਬਾਣੀ ਆਈ ਸੀਗੀ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਏ ਸਨ, ਤੇ ਸਰੂਪਾਂ ਨੂੰ ਵਾਪਸ ਸਿਖਰ ਦੁਪਹਿਰੇ ਅਸੀਂ ਲੈ ਕੇ ਜਾਣਾ ਸੀਗਾ। ਐਗਜ਼ਾਮਪਲ ਆਪਾਂ ਹਿੰਦੂ ਪਰਿਵਾਰਾਂ ਦੀ ਦੇਣ ਲੱਗੇ ਹਾਂ। ਤੇ ਅਸੀਂ ਜਦੋਂ ਮਹਾਰਾਜ ਦੇ ਸਰੂਪ ਜਾਂਦੇ ਆ, ਲਾਈਨ ਬਣਾ ਕੇ ਜਾਂਦੇ ਆ ਜੀ। ਮੋਹਰੇ ਸਿੰਘ ਤੁਰਿਓ ਨੇ, ਕੋਈ ਘੰਟੀ ਵਜਾ ਰਿਹਾ ਜਾਂ ਪਾਣੀ ਦਾ ਛਿੜਕਾਅ ਹੋ ਰਿਹਾ ਵਾ, ਹਾਂਜੀ, ਜਲ ਦਾ ਛਿੜਕਾਅ ਹੋ ਰਿਹਾ। ਤੇ ਫਿਰ ਮਹਾਰਾਜ ਨੇ ਪਿੱਛੇ ਚੌਰਬਰਦਾਰੀ ਆ, ਤੇ ਇੱਕ ਜਣਾ ਦੋ ਜਣੇ ਪਿੱਛੇ ਹੋਰ ਸਮਾਨ, ਤੇ ਸਾਰਿਆਂ ਦੇ ਪਿੱਛੇ ਮੈਂ ਫੋਟੋਆਂ ਖਿੱਚ ਰਿਹਾ ਸੀ। ਤੇ ਕਈ ਲੋਕ ਕੋਲੋਂ ਅੱਧੇ ਲੰਘੀ ਜਾਂਦੇ ਸੀ, ਕਿਸੇ ਨੂੰ ਕੋਈ ਫਿਕਰੇ ਨਹੀਂ ਸੀ ਪਵੇ ਕਿ ਮਹਾਰਾਜ ਜਾ ਰਹੇ ਆ। ਦੂਸਰੇ ਪਾਸਿਓਂ ਮੇਰੇ ਕੋਲ ਫੋਟੋ ਨਹੀਂ ਉਦਣ ਖਿੱਚ ਹੋਈ, ਕਿਉਂਕਿ ਕਈ ਵੇਲੇ ਹੁੰਦਾ ਨਾ ਜੀ ਕਿ ਮਹਾਰਾਜ ਨੂੰ ਜਿਹੜੀ ਚੀਜ਼ ਭਾਉਂਦੀ ਆ। ਦੂਸਰੇ ਪਾਸਿਓਂ ਇੱਕ ਬਹੁਤ ਵੱਡੀ ਮਰਸੀਡੀ ਕਾਰ ਆਉਂਦੀ, ਨਵੀਂ ਕਾਰ, ਜਿਹਦੇ ਵਿੱਚ ਹਿੰਦੂ ਪਰਿਵਾਰ ਬੈਠਾ। ਮੁੰਡਾ ਗੱਡੀ ਚਲਾ ਰਿਹਾ ਤੇ ਬਾਪ ਉਹਦਾ ਇੱਧਰਲੇ ਪਾਸੇ ਬੈਠਾ ਸੀਟ ਤੇ, ਪਿੱਛੇ ਉਹਨਾਂ ਦੀ ਫੈਮਿਲੀ ਬੈਠੀ ਆ। ਉਹਨਾਂ ਨੇ ਗੱਡੀ ਰੋਕ ਕੇ, ਮਹਾਰਾਜ ਦੇ ਆਉਣ ਤੋਂ ਪਹਿਲੇ ਗੱਡੀ ਰੋਕ ਕੇ ਉਹਨਾਂ ਨੇ ਨਮਸਕਾਰ ਕੀਤੀ। ਜਦੋਂ ਤੱਕ ਮਹਾਰਾਜ ਦੇ ਸਰੂਪ ਨਹੀਂ ਲੰਘੇ, ਅਸੀਂ ਸਾਰੇ ਨਹੀਂ ਲੰਘੇ, ਉਹ ਲੋਕ ਉੱਥੇ ਤੁਰੇ ਨਹੀਂ। ਯਾਨੀ ਕਿ ਇਹ ਇੱਕ ਹਵਾ ਬਣਾਇਆ ਗਿਆ, ਇਹ ਮੀਡੀਆ ਪਰਸੈਪਸ਼ਨ ਜਿਹੜਾ ਕਿ ਇਹ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ। ਇਹ ਤਾਂ ਜਿਹੜਾ ਹੁਣ ਮੀਡੀਆ ਆ ਅੱਜ ਕੱਲ੍ਹ, ਸੋਸ਼ਲ ਮੀਡੀਆ, ਜਿਵੇਂ ਕਹਿੰਦੇ ਹੁੰਦੇ ਸਿਆਣੇ ਕਿ ਬਾਂਦਰਾਂ ਹੱਥ ਤੀਲ ਆ ਗਈ ਆ ਇਹ, ਕਿ ਜਿੱਦਾਂ ਅੱਗ ਲਾਣੀ ਆ ਇਹਨਾਂ ਨੇ, ਕਿ ਭੜਕਾਊ ਪ੍ਰਚਾਰ ਕਰ ਕਰਕੇ ਫਿਰ ਆਹ ਹੋ ਗਿਆ, ਉਹ ਹੋ ਗਿਆ। ਇਹ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਹੇ ਇਸ ਵੇਲੇ ਕਿ ਸਾਡੇ ਸ਼ਬਦ ਦੇ ਨਾਲ, ਜਿੱਦਾਂ ਸਿਆਣੇ ਕਹਿੰਦੇ ਹੁੰਦੇ ਆ ਕਿ ਗੱਲ ਜਵਾਨੋਂ ਤੀਰ ਕਮਾਨੋਂ ਨਿਕਲਿਆ ਕਦੇ ਵਾਪਸ ਨਹੀਂ ਆਉਂਦਾ, ਉਹਦੇ ਸਿੱਟੇ ਬਹੁਤ ਗੰਭੀਰ ਹੋ ਜਾਂਦੇ ਆ ਆਉਣ ਵਾਲੇ ਸਮੇਂ ਦੇ ਵਿੱਚ। ਸੋ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਮੀਡੀਆ ਨੂੰ ਕਿ ਭਾਈ ਆਪਣੀ ਜ਼ਿੰਮੇਵਾਰੀ ਪਹਿਚਾਣੋ ਕਿ ਤੁਹਾਡੀ ਸ਼ਬਦਾਵਲੀ ਦੇ ਨਾਲ ਗਾਹਾਂ ਕੀ ਕੁਝ ਹੋ ਸਕਦਾ ਆ। ਜ਼ਿੰਮੇਵਾਰੀ ਆਪਣੀ ਪਹਿਚਾਣੋ।
ਆਪਾਂ ਜਿੱਦਾਂ ਗੱਲ ਕਰਦੇ ਸੀ ਯੂਕਰੇਨ ਦੀ ਗੱਲ ਕਰਦੇ ਕਰਦੇ ਆਪਾਂ ਚਲੋ ਥੋੜਾ ਭਟਕ ਗਏ। ਆਪਾਂ ਯੂਕਰੇਨ ਦੀ ਜੇ ਗੱਲ ਕਰੀਏ, ਤੁਹਾਨੂੰ ਕੀ ਲੱਗਦਾ ਕਿ ਇਹਦਾ ਮਾਹੌਲ ਜਿੱਦਾਂ ਉੱਥੇ ਕੋਈ ਸ਼ਾਂਤੀ ਹੋਣ ਦੇ ਹੈ ਕੋਈ ਆਸਾਰ ਲੱਗਦੇ ਜੀ ਕੁਛ? ਹਾਲੇ ਤਾਂ ਕੁਛ ਨਹੀਂ ਜੀ ਲੱਗਦੇ। ਹਾਲੇ ਤਾਂ ਜੰਗ ਉਵੇਂ ਹੀ ਜਾਰੀ ਆ। ਕਈ ਵੇਲੇ ਵੱਧ ਜਾਂਦੀ ਆ, ਕਈ ਵੇਲੇ ਘਟ ਜਾਂਦੀ ਆ। ਬੰਬਾਰਡਮੈਂਟ ਡਿਪੈਂਡ ਕਰਦਾ ਉਹਨਾਂ ਦੀ ਕੀ ਸਟ੍ਰੈਟਜੀਆਂ ਹੋਣਗੀਆਂ, ਕੋਈ ਕਿਤੇ ਹੁੰਦੀ ਕੋਈ ਕਿਤੇ ਹੁੰਦੀ ਆ। ਸੋ ਹਾਲੇ ਤੁਸੀਂ ਕੁਝ ਨਹੀਂ ਕਹਿ ਸਕਦੇ। ਜਿਵੇਂ ਕਿ ਕਦੀ ਇੱਕ ਖੋੜ ਵਾਰ ਦਾ ਮਾਹੌਲ ਬਣਿਆ ਹੋਇਆ ਜੀ, ਇਹ ਲੱਗਦਾ ਲੜਾਈ ਲੰਬੀ ਆ। ਇਹ ਆਪਾਂ ਜਿੱਦਾਂ ਲੰਬੀ ਲੜਾਈ ਚੱਲੇਗੀ, ਆਪਾਂ ਚਲੋ ਸੇਵਾ ਤਾਂ ਉਸੇ ਤਰ੍ਹਾਂ ਕਰਦੇ ਰਵਾਂਗੇ। ਯੂਨਾਈਟਿਡ ਸਟੇਟ ਤਾਂ ਉਹਨਾਂ ਚਿਰ ਉੱਥੇ ਹੈ ਹੀ ਆ ਜਿੰਨਾ ਚਿਰ ਆਫਤ ਆ। ਕੀ ਸਾਨੂੰ ਯੂਕਰੇਨ ਤੇ ਰਸ਼ੀਆ ਦੀ ਸਰਕਾਰ ਤੋਂ ਕੋਈ ਕੋਆਪਰੇਸ਼ਨ ਮਿਲ ਰਹੀ ਹੈ ਉੱਥੇ ਪੂਰੀ? ਦੇਖੋ, ਸਰਕਾਰਾਂ ਨੂੰ ਤਾਂ ਆਪੋ ਆਪਣੀਆਂ ਪਈਆਂ ਵਾ। ਸੋ ਅਸੀਂ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਆ, ਨਾਨ ਪੋਲੀਟੀਕਲ ਆਰਗੇਨਾਈਜੇਸ਼ਨ ਆ। ਸੋ ਅਸੀਂ ਯੂਨਾਈਟਿਡ ਨੇਸ਼ਨ ਦੇ ਨਾਲ ਐਫੀਲੀਏਟਡ ਆਰਗੇਨਾਈਜੇਸ਼ਨ ਆ। ਸੋ ਅਸੀਂ ਸਰਕਾਰਾਂ ਦੀ ਐਫੀਲੀਏਸ਼ਨ ਤੋਂ ਦੂਰ ਆ। ਅਸੀਂ ਪੋਲੀਟੀਸ਼ੀਅਨਸ ਜਿਹੜੀ ਪੋਲੀਟੀਕਲ ਲਿੰਕਸ ਤੋਂ ਅਸੀਂ ਉਹਨਾਂ ਤੋਂ ਦੂਰ ਆ। ਪਰ ਹਾਂ, ਜਿੱਥੇ ਸਾਨੂੰ ਸਾਡੇ ਮਿਸ਼ਨ ਦੇ ਲਈ, ਹਿਊਮੈਨਿਟੇਰੀਅਨ ਏਡ ਦੇ ਲਈ ਕਿਸੇ ਸਰਕਾਰ ਦੀ ਲੋੜ ਪੈਂਦੀ ਆ, ਕਿਸੇ ਵੀ ਚੈਨਲ ਦੀ ਲੋੜ ਪੈਂਦੀ ਆ, ਅਸੀਂ ਉਸ ਚੈਨਲ ਦੇ ਥਰੂ ਜਾਂਦੇ ਆ। ਮੇਰੇ ਕਹਿਣ ਦਾ ਮਤਲਬ ਕਿ ਜਿੱਦਾਂ ਆਪਾਂ ਕੋਈ ਫਸਿਆ ਹੋਇਆ, ਕੋਈ ਜਿੱਦਾਂ ਆਪਣਾ ਕੋਈ ਬੱਚਾ ਫਸਿਆ, ਉਹਨੂੰ ਕੱਢਣ ਵਾਸਤੇ ਤੁਸੀਂ ਕਹਿੰਦੇ 1500 ਕਿਲੋਮੀਟਰ ਗਏ, ਉੱਥੇ ਸਾਨੂੰ ਸਰਕਾਰ ਦੀ ਲੋੜ ਤੇ ਪੈਂਦੀ ਰਸਤੇ 'ਚ, ਉਸ ਇਹ ਉਹ ਸਾਰੇ ਪ੍ਰਸ਼ਾਸਨ ਦੀ ਲੋੜ ਤੇ ਪੈਂਦੀ, ਉਸ ਕੋਆਪਰੇਸ਼ਨ ਹੁੰਦੀ ਪੂਰੀ ਆਪਣੀ? ਬਿਲਕੁਲ ਜੀ। ਜਦੋਂ ਤੁਸੀਂ ਜਾਂਦੇ ਆ, ਹੁਣ ਤਾਂ ਰੇਡਰ ਸੀਗੇ, ਜਿਵੇਂ ਰੇਡਰਾਂ ਦੀ ਤੁਹਾਨੂੰ ਲੋੜ ਆ, ਉੱਤੋਂ ਦੇ ਲੋਕਲ ਆ। ਜੇ ਤੁਹਾਨੂੰ ਹੁਣ ਰਸ਼ੀਅਨ ਸਰਕਾਰ ਨਾਲ ਗੱਲ ਕਰਨੀ ਪੈਂਦੀ ਆ, ਤੁਹਾਨੂੰ ਗੱਲ ਕਰਨੀ ਪੈਣੀ ਆ ਕਿਉਂਕਿ ਕੰਟਰੋਲ ਰਸ਼ੀਆ ਦਾ ਆ। ਜੇ ਯੂਕਰੇਨੀਅਨ ਉੱਤੇ ਜਿਹਦੇ ਵਿੱਚੋਂ ਤੁਸੀਂ ਲੰਘਣਾ ਆ, ਉੱਤੇ 25 ਤਕਰੀਬਨ ਕ੍ਰੋਸਿੰਗ ਸਨ ਉਹਨਾਂ ਬੱਚਿਆਂ ਦੇ ਲਈ। 25 ਬੋਰਡਰ, ਜਾਣੀ ਕਿ ਕਹਿ ਲਈਏ ਕਿ ਇੱਕ ਨਾਟ ਬੋਰਡਰਸ ਪਰ ਸਿਕਿਉਰਿਟੀ ਚੈੱਕ ਪੁਆਇੰਟਸ, 25 ਦੇ ਵਿੱਚੋਂ ਲੰਘ ਕੇ ਆਉਣਾ। ਕਿਤੇ ਰਸ਼ੀਅਨ ਕੰਟੈਕਟਸ ਆ, ਕਿਤੇ ਉਹ ਸਿਵਿਲੀਅਨ ਸਿਕਿਉਰਿਟੀ ਡਿਟੇਲ ਆ, ਕਿਤੇ ਤੁਹਾਡੇ ਫਿਰ ਯੂਕਰੇਨੀਅਨ ਡਿਟੇਲਸ ਨੇ ਉੱਤੇ, ਹੈ ਨਾ। ਸੋ ਉਹ ਸਾਰਿਆਂ ਦੇ ਨਾਲ ਰਾਬਤਾ ਇੱਕ ਕਾਇਮ ਰੱਖਣਾ ਪੈਂਦਾ ਜੀ, ਕਿਉਂਕਿ ਅਸੀਂ ਹਿਊਮੈਨਿਟੀ ਦੇ ਲਈ, ਅਸੀਂ ਇੱਕ ਮਾਨਵਤਾ ਦੇ ਲਈ ਉੱਥੇ ਕੰਮ ਕਰ ਰਹੇ ਹਾਂ। ਸੋ ਸਾਨੂੰ ਜਿੱਥੇ ਵੀ ਜਿਹਦੀ ਲੋੜ ਲੱਗਦੀ ਆ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਚੈਨਲ ਵਰਤਿਆ ਜਾਵੇ। ਇੱਕ ਆਪਾਂ ਦੇਖਿਆ ਅੱਜ ਕੱਲ੍ਹ ਮੀਡੀਆ 'ਤੇ ਕਾਫੀ ਖਬਰਾਂ ਜਿਹੜੀਆਂ ਚੱਲ ਰਹੀਆਂ ਸ਼੍ਰੀਲੰਕਾ ਦੀਆਂ। ਸ਼੍ਰੀਲੰਕਾ 'ਤੇ ਕਾਫੀ ਵੱਡੀ ਆਫਤ ਆਈ ਹੋਈ ਹੈ ਕਿ ਮਹਿੰਗਾਈ ਬਹੁਤ ਵੱਧ ਗਈ ਹੈ, ਲੋਕੀ ਸੜਕਾਂ 'ਤੇ। ਉੱਥੇ ਵੀ ਕੋਈ ਸੇਵਾ ਦੀ ਆਪਣੀ ਕੁਛ ਅਗਲੀ ਪਲੈਨਿੰਗ ਹੈਗੀ ਹੈ ਜੀ? ਇਸ ਵੇਲੇ ਹਾਂ ਗੱਲ ਚੱਲ ਰਹੀ ਹੈ ਜੀ, ਪਰ ਇਸ ਵੇਲੇ ਸਾਡੇ ਰੀਸੋਰਸਿਸ ਜ਼ਿਆਦਾ ਯੂਕਰੇਨ ਦੇ ਵਿੱਚ, ਪੋਲੈਂਡ ਦੇ ਬਾਰਡਰਾਂ ਦੇ ਵਿੱਚ। ਪਰ ਇਹ ਸਾਡੀ ਹੁਣ ਇੰਡੀਆ ਟੀਮ ਦੀ ਜ਼ਿੰਮੇਵਾਰੀ ਹੈ ਜੀ ਕਿ ਉਹਨਾਂ ਨੇ ਆਪਣੀ ਸਾਰਾ ਜਾਇਜ਼ਾ ਲੈ ਕੇ ਜੋ ਵੀ ਕੁਝ ਇੱਧਰਲੇ ਇਲਾਕਿਆਂ ਦੇ ਵਿੱਚ ਹੁੰਦਾ ਆ, ਇਹ ਸਾਰਾ ਇੰਡੀਆ ਦੇ ਚੈਪਟਰ ਦੇ ਥਰੂ ਹੋਣਾ ਜੀ। ਸੋ ਅਸੀਂ ਇਹਨਾਂ ਦੀ ਵੇਟ ਕਰਨੀ ਆ ਕਿ ਇਹਨਾਂ ਦਾ ਸਾਨੂੰ ਕੀ ਰਿਪੋਰਟਾਂ ਆਉਣੀਆਂ। ਤੇ ਪਲੈਨਿੰਗ ਚੱਲ ਰਹੀ ਹੈ ਜਾਨੀ? ਹਾਂਜੀ, ਇੰਡੀਆ ਦੀ, ਇਹਨਾਂ ਦੀ ਆਪਣੀ ਪਲੈਨਿੰਗ। ਤੇ ਜਦੋਂ ਸਾਡੀ ਸਲਾਹ ਦੀ ਲੋੜ ਆ ਜਾਂ ਕੋਈ ਇਨਫਰਾਸਟ੍ਰਕਚਰਲ ਸਮਾਨ ਦੀ ਲੋੜ ਆ, ਜਿਵੇਂ ਕਿ ਜਦੋਂ ਕੋਵਿਡ ਇੱਥੇ ਚੱਲਿਆ ਸੀਗਾ ਜੀ, ਕਰੋਨਾ ਦੇ ਦੌਰਾਨ ਦਿੱਲੀ ਦੇ ਵਿੱਚ ਕਿੱਡੇ ਵੱਡੇ ਆਪਰੇਸ਼ਨ ਚੱਲੇ, ਤੇ ਅਸੀਂ ਉੱਧਰੋਂ 100 ਹਜ਼ਾਰਾਂ ਦੇ ਹਿਸਾਬ ਦੇ ਨਾਲ, ਕਿਉਂਕਿ ਇੱਧਰੋਂ ਮਸ਼ੀਨਾਂ ਨਹੀਂ ਸੀ ਮਿਲਦੀਆਂ। ਮਸ਼ੀਨਾਂ ਜਾਂ ਤਾਂ ਚਾਈਨਾ ਜਾਂ ਹਾਂਗਕਾਂਗ ਜਾਂ USA ਜਾਂ ਥੋੜ੍ਹੀਆਂ ਬਹੁਤੀਆਂ ਯੂਰਪ ਤੋਂ ਮਿਲ ਰਹੀਆਂ ਸਨ। ਸੋ ਉਹਨਾਂ ਮਸ਼ੀਨਾਂ ਦਾ ਇੰਤਜ਼ਾਮ ਕਰਕੇ ਇੱਧਰ ਨੂੰ ਭੇਜੀਆਂ। ਸੋ ਚੰਡੀਗੜ੍ਹ ਦੇ ਵਿੱਚ ਸੈਕਟਰ 17, ਮੈਨੂੰ ਹੁਣ ਸੈਕਟਰ ਨਹੀਂ ਜੀ ਚੇਤਾ, ਸੈਕਟਰ ਨੰਬਰ ਕੀ ਸੀਗਾ, ਤੇ ਉੱਥੇ ਸਾਡਾ ਕੋਵਿਡ ਸੈਂਟਰ ਵੀ ਬਣਿਆ ਸੀਗਾ ਪੰਜਾਬ ਦੇ ਵਿੱਚ ਇੱਥੇ। ਤੇ ਉਹ ਸੈਂਟਰ ਵੀ ਚਲਾਇਆ। ਇੱਕ ਸਪੋਰਟਸ ਕੰਪਲੈਕਸ ਸੀਗਾ ਜੋ ਕਿ ਇੱਕ ਫੁੱਲੀ ਫਲੈਜਡ ਆਕਸੀਜਨ ਸੈਂਟਰ, ਤੇ ਉਹਦੇ ਵਿੱਚ ਸਾਰਿਆਂ ਦੀ ਦੇਖ ਰੇਖ ਇੱਥੇ ਦੇ ਪ੍ਰਬੰਧ ਦੇ ਨਾਲ ਉਹਨਾਂ ਨੇ ਸਹਾਇਤਾ ਵੀ ਕੀਤੀ। ਤੇ ਹੋਰ ਵੀ ਉਹਨੇ ਦੇਖਿਆ ਆਪਾਂ ਕਿ ਕਰੋਨਾ ਕਾਲ ਦੌਰਾਨ ਜਿਹੜੇ ਯੂਨਾਈਟਿਡ ਸਿੱਖ ਹੈਗੀ ਆ, ਗੈਸ ਦੇ ਸਿਲੰਡਰ ਕਾਫੀ ਵੰਡੇ ਗਏ ਆ ਇੱਥੋਂ ਤੋਂ ਇਲਾਵਾ ਤੁਹਾਡਾ ਦਿੱਲੀ 'ਚ ਬਹੁਤ ਤਗੜਾ ਸਰਕਲ ਤੁਹਾਡਾ ਦੇਖਿਆ, ਬੜਾ ਤਗੜਾ ਨੈਟਵਰਕ ਸੀਗਾ, ਕਾਫੀ ਲੋਕਾਂ ਦੀ ਹੈਲਪ ਕੀਤੀ। ਇੱਥੋਂ ਤੱਕ ਵੀ ਸਾਨੂੰ ਪਤਾ ਲੱਗਾ ਕਿ ਤੁਸੀਂ ਜਿਹੜੀ ਡੈੱਡ ਬੋਡੀ ਦੀ ਵੀ ਸੰਸਕਾਰ ਵਗੈਰਾ ਜੋ ਸੀਗੇ ਤੁਸੀਂ ਕਾਫੀ ਕੀਤੇ ਉੱਥੇ। ਬਿਲਕੁਲ ਜੀ। ਉਹ ਸੇਵਾਵਾਂ ਮਹਾਰਾਜ ਨੇ ਜਿੱਥੋਂ ਸੇਵਾਵਾਂ ਲੈਣੀਆਂ ਹੁੰਦੀਆਂ, ਉਸ ਟਾਈਮ ਕੋਈ ਹੱਥ ਵੀ ਨਹੀਂ ਲਾ ਰਿਹਾ ਸੀ ਕਰੋਨਾ ਨਾਲ, ਜਿਸ ਟਾਈਮ ਤੁਸੀਂ ਆ। ਪਰਿਵਾਰਾਂ ਦੇ ਪਰਿਵਾਰ ਖਾਲੀ ਹੋ ਗਏ ਜੀ ਉਸ ਟਾਈਮ ਤਾਂ, ਕਿ ਇੰਨੀ ਅਫੜਾ ਦਫੜੀ ਮਚੀ ਹੋਈ ਸੀ। ਕਿਉਂਕਿ ਮੌਤ ਜਦੋਂ ਆਉਂਦੀ ਆ, ਨਾ ਤਾਂ ਉਹਨੇ ਰੇਸ ਦੇਖਣੀ ਆ, ਨਾ ਉਹਨੇ ਤੁਹਾਡੀ ਜਾਤ, ਨਾ ਪਾਤ, ਨਾ ਤੇ ਨਾ ਹੀ ਤੁਹਾਡਾ ਫਿਰ ਕਿਸ ਧਰਮ ਨੂੰ ਬਿਲੋਂਗ ਕਰਦੇ ਆ। ਤੇ ਅਸੀਂ ਉਸੇ ਹੀ ਸਿਧਾਂਤ ਤੇ ਉਹ ਮਹਾਰਾਜ ਦੇ ਟੂ ਰੈਕਗਨਾਈਜ਼ ਹਿਊਮਨ ਰਾਈਟਸ ਇਜ਼ ਵਨ। ਅਸੀਂ ਜਿਵੇਂ ਪਹਿਲਾਂ ਕਹਿ ਚੁੱਕੇ ਹਾਂ ਕਿ ਜੇ ਹਿੰਦੂ ਪਰਿਵਾਰ ਦੇ ਵਿੱਚ ਮੌਤ ਹੁੰਦੀ ਆ, ਉਹਨਾਂ ਦੇ ਧਰਮ ਦੇ ਮੁਤਾਬਕ ਸੰਸਕਾਰ ਹੋਏ। ਸਿੱਖਾਂ ਦੇ ਤਾਂ ਹੋਣੇ ਹੀ ਸਨ ਤੇ ਮੁਸਲਮਾਨਾਂ ਦੇ ਵੀ ਉਸੇ ਧਰਮ, ਜੇ ਕੋਈ ਈਸਾਈਆਂ ਦਾ ਸੀਗਾ, ਜਿਨ੍ਹਾਂ ਦਾ ਵੀ ਸੀਗਾ, ਉਸ ਧਰਮ ਦੇ ਮੁਤਾਬਕ ਉਹਨਾਂ ਦਾ ਸੰਸਕਾਰ ਹੋਇਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਜੀ ਕਿ ਜਿਨ੍ਹਾਂ ਬੰਦਿਆਂ ਦੇ ਨਾਲ ਤੁਸੀਂ ਬਹਿ ਕੇ ਰੋਟੀਆਂ ਖਾਂਦੇ ਆ, ਹੱਸਦੇ ਖੇਡਦੇ ਆ, ਤੇ ਦੂਸਰੀ ਤੀਸਰੀ ਮੰਜ਼ਲ ਦੇ ਉੱਤੇ ਸਾਡੇ 2 ਬੰਦੇ ਚੜ੍ਹੇ ਹੋ ਸਨ। ਉੱਤੋਂ ਪਰਿਵਾਰ, ਮਾਤਾ ਵੀ ਗੁਜ਼ਰ ਗਈ, ਮੇਰੇ ਖਿਆਲ ਬੇਟੀ ਦੀ ਲਾਸ਼ ਥੱਲੇ ਲਿਆਉਣੀ ਸੀਗੀ, ਮਾਤਾ ਦੀ ਲਾਸ਼ ਪਹਿਲਾਂ ਲੈ ਗਏ।
ਉਹਨਾਂ ਨੂੰ 2 ਬੰਦੇ ਨਹੀਂ ਜੀ ਮਿਲ ਰਹੇ। ਪੌੜੀ ਉੱਤੇ ਥੱਲੇ ਖੜੇ ਬਾਲਕਨੀ 'ਚ ਤੁਸੀਂ ਦੇਖ ਸਕਦੇ ਆ, ਐਦਾਂ ਕੱਛਾਂ 'ਚ ਹੱਥ ਦੇ ਕੇ ਖੜੇ ਉੱਪਰ ਨੂੰ ਦੇਖੀ ਜਾਂਦੇ ਆ ਕਿ ਪਰ ਕੋਈ ਮਦਦ ਕਰਨ ਨੂੰ ਨਹੀਂ ਮੁੜੇ ਆਉਂਦਾ ਕਿ ਮੋਹਰੇ ਆ ਕੇ ਅਸੀਂ ਇਹਨਾਂ ਨੂੰ 2 ਬੰਦਿਆਂ ਦੀ ਲੋੜ ਆ। ਉਹਨਾਂ 3 ਜਣਿਆਂ ਨੇ ਮੇਰੇ ਖਿਆਲ ਦੇ ਵਿੱਚ ਉਹ ਇੱਕ ਵਾਈਫ ਫੇ ਉਹਨਾਂ ਦੀ ਸੀ, ਉਹ ਵਿਚਾਰੀ ਇੱਕ ਪਾਸੇ ਲੱਗੀ, 2 ਪਾਸੇ ਉਹ ਆਪ ਮੁੰਡੇ 2 ਲੱਗੇ ਤੇ ਬਹੁਤ ਇੱਕ ਲੋਕੀ ਸਾਥ ਛੱਡ ਜਾਂਦੇ ਆ, ਸਾਥ ਛੱਡ ਜਾਂਦੇ ਆ ਜੀ ਆਪਣੇ ਇਹਨਾਂ ਸਾਥ ਸਮੇਂ ਜਿੱਥੇ ਆਪਣੇ ਸਾਥ ਛੱਡ ਜਾਂਦੇ ਉੱਥੇ ਯੂਨਾਈਟਿਡ ਸਿੱਖ ਕੰਮ ਹੁੰਦੇ ਆ। ਕੋਸ਼ਿਸ਼ ਇਹੀ ਆ ਜੀ ਸਾਡੀ। ਕੋਈ ਇਦਾਂ ਦੀ ਆਫਤ ਆਈ ਹੋਏ ਕਿ ਤੁਸੀਂ ਜਿਹਦਾ ਕਰੋਨਾ ਕਾਲ ਦੌਰਾਨ ਕੰਮ ਕੀਤਾ ਹੋਏ, ਕੋਈ ਆਪਣਾ ਵੀ ਸਿੰਘ ਸ਼ਹੀਦ ਹੋਇਆ ਹੋਏ ਇਸ ਕਰੋਨਾ ਕਦੀ ਚਪੇਟ 'ਚ ਆਇਆ ਹੋਏ, ਕੁਛ ਇਦਾਂ ਦਾ ਵੀ ਆ? ਕਈ ਹੋਏ ਆ ਜੀ। ਹੁਣ ਮੈਂ ਕਿਹਦਾ ਨਾਂ ਲਵਾਂ ਕਿ ਸਾਡੇ ਨਾਲ ਮੁੰਡੇ ਆਨੰਦਪੁਰ ਸਾਹਿਬ ਜਦੋਂ ਸੈਨੇਟਾਈਜ਼ ਤਖਤ ਦੇ ਉੱਤੇ ਸੈਨੇਟਾਈਜੇਸ਼ਨ ਹੋਈ ਆ ਤੇ ਉਸ ਤੋਂ ਥੋੜ੍ਹਿਆਂ ਦਿਨਾਂ ਬਾਅਦ ਹੀ ਇੱਕ ਮੁੰਡਾ ਸਾਡਾ ਉਹ ਐਕਸੀਡੈਂਟ ਦਾ ਸ਼ਿਕਾਰ ਹੋਇਆ ਚੜ੍ਹਦੀ ਜਵਾਨੀ ਦੇ ਵਿੱਚ। ਤੇ ਹੋਰ ਵੀ ਸਾਡੇ ਕਈ ਦਿੱਲੀ ਦੇ ਵਿੱਚ ਵੀ ਜਿਹੜੇ ਕਿ ਭਾਈ ਜਰਨੈਲ ਸਿੰਘ ਜੀ, ਉਹ ਵੀ ਯੂਨਾਈਟਿਡ ਸਿੱਖ ਦੇ ਨਾਲ ਵੀ ਰਿਲੇਟਡ ਸਨ ਤੇ ਹੋਰ ਕਈ ਉਸ ਦੀ ਭੇਟਾ ਚੜ੍ਹੇ ਆ ਜੀ ਕਿ ਅਸੀਂ ਮੇਰੇ ਕੋਲ ਹੁਣ ਇੰਨੇ ਯਾਨੀ ਕਿ ਆਪਾਂ ਇਹ ਕਹਿ ਸਕਦੇ ਕਿ ਜਾਨ ਵਾਰ ਕੇ ਵੀ ਸੇਵਾ ਕੀਤੀ ਆ, ਜਾਨਾਂ ਵਾਰ ਕੇ ਵੀ ਸੇਵਾ ਕੀਤੀ ਆ ਜੀ। ਪਰ ਇਹ ਫਿਰ ਵੀ ਸਸਤੀ ਆ ਕਿ ਜਾਨਾਂ ਵਾਰ ਕੇ ਵੀ ਮਹਾਰਾਜ ਨੇ ਤਾਂ ਆਪਣਾ ਸਰਵੰਸ ਹੀ ਵਾਰ ਦਿੱਤਾ। ਜੇ ਹੁਣ ਇੱਕ ਜਾਨ ਗਈ ਉਸ ਨਿਸ਼ਾਨ ਸਾਹਿਬ ਦੇ ਲਈ, ਉਸ ਗੁਰੂ ਸਾਹਿਬਾਨ ਦੇ ਫਲਸਫੇ ਦੇ ਲਈ, ਮੈਂ ਕਹਿੰਦਾ ਉਹ ਵੀ ਸਸਤੀ। ਚਲੋ ਇਹ ਸਨ ਸਾਡੇ ਨਾਲ ਗੁਰਪਾਲ ਸਿੰਘ ਜੀ ਜਿਹੜੇ ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਹੈਗੇ। ਬਹੁਤ ਅੱਛੀਆਂ ਗੱਲਾਂ ਹੋਈਆਂ। ਮਾਨਵਤਾ ਦੀ ਸੇਵਾ ਲਈ ਕਿਸ ਕਦਰ ਤੱਕ ਇਹਨਾਂ ਨੇ ਆਪਣਾ ਸਭ ਕੁਝ ਜਿਹੜਾ ਈਵਨ ਕਿ ਦਸਵੰਧ ਕੱਢਣ ਦੇ ਨਾਲ ਜਿਹੜੀ ਸੇਵਾ ਕਰਨੀ ਜਿਹੜੀ ਹੈਗੀ ਸਰੀਰਕ ਤੌਰ 'ਤੇ ਸੇਵਾ ਕਰਨੀ ਬਹੁਤ ਤਗੜੀ, ਬਹੁਤ ਔਖਾ ਕੰਮ ਹੈਗਾ ਪਰ ਬਹੁਤ ਤਗੜੀ ਸੇਵਾ ਨਿਭਾ ਰਹੇ ਆ। ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਆ। ਪਰਮਾਤਮਾ ਹਮੇਸ਼ਾ ਸਾਥ